ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਿਉਣਾ ਮੇਰਾ ਨਾਮ ਕਿਰਨ ਤੇ ਤੁਸੀਂ ਦੇਖ ਰਹੇ ਹੋ ਦ ਹੈਪੀਐਸਟ ਕਪਲ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸਾਰੇ ਯੂਰਪ ਨੂੰ ਮਤਲਬ ਸਾਡੇ ਨਹੀਂ ਸਾਡੀ ਸਾਰੀ ਯੂਰਪ ਸੀਰੀਜ਼ ਨੂੰ ਬਹੁਤ ਜ਼ਿਆਦਾ ਪਸੰਦ ਤੇ ਪਿਆਰ ਦਿੱਤਾ। ਔਰ ਸਪੈਸ਼ਲੀ ਜਿਹੜੇ ਤੁਹਾਡੇ ਇੰਨੇ ਵਧੀਆ ਕਮੈਂਟਸ ਅਸੀਂ ਪੜ੍ਹਦੇ ਹਾਂ ਔਰ ਜਾਂ ਹੁਣ ਵੀ ਪੜ੍ਹ ਰਹੇ ਕਿਉਂਕਿ ਹਾਲੇ ਵੀ ਜਿਹੜੇ ਦੇਖ ਰਹੇ ਨੇ ਔਰ ਬਹੁਤ ਮਜ਼ਾ ਆ ਰਿਹਾ ਨਾ ਪੜ੍ਹ ਕੇ। ਇੰਨੀਆਂ ਦੁਆਵਾਂ ਇੰਨੀਆਂ ਬਲੇਸਿੰਗਸ ਤੁਸੀਂ ਦਿੰਦੇ ਹੋ ਨਾ, ਦਿਲੋਂ ਤੁਸੀਂ ਰਿਸਪੈਕਟ ਗੇਨ ਕੀਤੀ ਹੈ। ਮਤਲਬ ਮਜ਼ਾ ਆ ਜਾਂਦਾ ਤੁਹਾਡੇ ਕਮੈਂਟਸ ਪੜ੍ਹ ਕੇ। ਪਰ ਇੱਕ ਸ਼ਿਕਾਇਤ ਵੀ ਰਹਿੰਦੀ ਸੀ, ਲਾਈਕ ਵਾਲਾ ਬਟਨ ਘੱਟ ਦਬਦੇ ਹਾਂ। ਹਾਂ ਸਹੀ ਗੱਲ ਆ, ਪਤਾ ਨਹੀਂ ਤੁਸੀਂ ਜਾਂ ਭੁੱਲ ਜਾਂਦੇ ਹੋ ਹਨਾ। ਈਵਨ ਮੇਰੇ ਭਾਬੀ ਨੇ ਮੇਰੇ ਭਾਬੀ ਵੀ ਕਹਿ ਦਿੰਦੇ ਨੇ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ, ਉਹ ਦੁਬਾਰਾ ਖੋਲ ਕੇ ਦੁਬਾਰਾ ਲਾਈਕ ਕਰਦੇ ਨੇ ਹਨਾ। ਕਿਉਂਕਿ ਇਹਦੇ ਨਾਲ ਤੁਹਾਨੂੰ ਦੱਸਿਆ ਕਿ ਕੀ ਹੁੰਦਾ, ਰੀਚ ਜ਼ਿਆਦਾ ਵੱਧਦੀ ਹੈ ਵੀਡੀਓ ਦੀ ਹਨਾ। ਤੇ ਜਿਵੇਂ ਕਿ ਤੁਹਾਨੂੰ ਮੈਂ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਇਹ ਯੂਰਪ ਟ੍ਰਿਪ ਸਾਰੀ ਖਤਮ ਹੋ ਜਾਏਗੀ ਉਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਜਾਣਕਾਰੀ ਦੇਵਾਂਗਾ, ਜੋ ਜਾਣਕਾਰੀਆਂ ਮੈਂ ਹਾਸਲ ਕੀਤੀਆਂ ਉੱਥੋਂ, ਸਪੇਨ ਬਾਰੇ, ਫਰਾਂਸ ਬਾਰੇ ਤੇ ਜਰਮਨੀ ਬਾਰੇ। ਉਹ ਜਿਹੜੀਆਂ ਜਾਣਕਾਰੀਆਂ ਅਸੀਂ ਹਾਸਲ ਕੀਤੀਆਂ ਨੇ ਪਰਸਨ ਟੂ ਪਰਸਨ, ਮਤਲਬ ਜਿਨ੍ਹਾਂ ਕੋਲ ਅਸੀਂ ਗਏ ਸੀ, ਜਿਨ੍ਹਾਂ ਕੋਲ ਰਹੇ ਆ, ਜਿਹੜੇ ਉੱਥੇ ਰਹਿ ਰਹੇ ਨੇ, ਜਿਨ੍ਹਾਂ ਨੇ ਪੇਪਰ ਪਾਏ ਹੋਏ ਨੇ ਜਾਂ ਜਿਨ੍ਹਾਂ ਕੋਲ ਨੈਸ਼ਨੈਲਿਟੀਜ਼ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਸਾਨੂੰ ਸਾਰੀਆਂ ਜਾਣਕਾਰੀਆਂ ਦਿੱਤੀਆਂ। ਹੋ ਸਕਦਾ ਹੈ ਕੁਝ ਜਾਣਕਾਰੀ ਉੱਪਰ ਥੱਲੇ ਹੋ ਗਈ ਹੋਵੇ ਕਿਉਂਕਿ ਭੁੱਲ ਗਏ ਹੋ ਅਸੀਂ, ਕਈ ਚੀਜ਼ਾਂ ਭੁੱਲ ਸਕਦੇ ਹਾਂ ਹਨਾ, ਵੀ ਇੱਧਰ ਉੱਧਰ ਮਿਸ ਹੋ ਜਾਣਗੀਆਂ, ਪਰ ਜ਼ਿਆਦੀਆਂ ਨਹੀਂ ਹੋਣਗੀਆਂ। 99% ਐਕਿਊਰੇਸੀ ਨਾਲ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇਵਾਂਗੇ। ਪਹਿਲੀ ਗੱਲ ਤਾਂ ਇਹ ਹੈ ਦੋਸਤੋ ਕਿ ਜੋ ਵੀ ਅਸੀਂ ਐਕਸਪੀਰੀਅੰਸ ਕੀਤਾ ਯੂਰਪ ਨੂੰ, ਚਾਹੇ ਉਹ ਜਰਮਨੀ ਹੈ, ਚਾਹੇ ਉਹ ਫਰਾਂਸ ਹੈ, ਚਾਹੇ ਉਹ ਸਪੇਨ ਹੈ, ਉਹ ਅਸੀਂ ਆਪਣੀ ਪਰਸਨਲ ਚੁਆਇਸ ਦੇ ਅਕੋਰਡਿੰਗ ਤੁਹਾਨੂੰ ਉੱਥੋਂ ਦਾ ਰਿਵਿਊ ਦੇਵਾਂਗੇ ਕਿ ਨਹੀਂ। ਬਿਲਕੁਲ ਸਹੀ ਹੈ ਨਾ। ਪਰਸਨਲ ਚੁਆਇਸ ਇਦਾਂ ਜਿਵੇਂ ਸਪੋਜ਼ ਕਰ ਲਓ ਮੈਨੂੰ ਬਲੂ ਕਲਰ ਪਸੰਦ ਹੈ, ਕਿਰਨ ਨੂੰ ਰੈੱਡ ਕਲਰ ਪਸੰਦ ਹੈ ਨਾ। ਇਸ ਦਾ ਮਤਲਬ ਇਹ ਨਹੀਂ ਕਿ ਰੈੱਡ ਮਾੜਾ ਹੈ ਜਾਂ ਕਿਰਨ ਕਹਿ ਦੇਣ ਬਲੂ ਕਲਰ ਮਾੜਾ ਹੈ। ਸਾਨੂੰ ਜਿਹੜੀ ਚੀਜ਼ ਸੋਹਣੀ ਲੱਗੀ ਹੈ, ਜਿਹੜੀ ਚੀਜ਼ ਚੰਗੀ ਲੱਗੀ ਹੈ, ਅਸੀਂ ਉਹਦੀ ਤਾਰੀਫ ਤਾਂ ਕਰਾਂਗੇ ਹੀ ਕਰਾਂਗੇ। ਇਹ ਨਹੀਂ ਕਿ ਬਾਕੀ ਕੰਟਰੀਜ਼ ਮਾੜੀਆਂ ਨੇ, ਲੇਕਿਨ ਅਸੀਂ ਆਪਣੇ ਪਰਸਨਲ ਚੁਆਇਸ ਦੇ ਅਕੋਰਡਿੰਗ ਉਸ ਕੰਟਰੀ ਬਾਰੇ ਜ਼ਿਆਦਾ ਅੱਛਾ ਬੋਲਿਆ ਹੈਗਾ। ਤੁਸੀਂ ਵੀਡੀਓਜ਼ ਵਿੱਚ ਦੇਖਿਆ ਵੀ ਹੈਗਾ। ਸਾਨੂੰ ਜਰਮਨੀ ਬਹੁਤ ਜ਼ਿਆਦਾ ਪਸੰਦ ਆਈ। ਇਸ ਦਾ ਮਤਲਬ ਅਸੀਂ ਕਦੇ ਨਹੀਂ ਕਿਹਾ ਵੀ ਸਪੇਨ ਮਾੜਾ ਹੈ। ਸਪੇਨ ਵੀ ਬਹੁਤ ਸੋਹਣਾ ਹੈ, ਉਹਦੀ ਇੱਕ ਅਲੱਗ ਲੁੱਕ ਆ, ਅਲੱਗ এনवायरमेंट ਆ, ਮਤਲਬ ਇਦਾਂ ਦੀਆਂ ਚੀਜ਼ਾਂ ਅਲੱਗ ਆ ਉਹਦਾ ਹਨਾ, ਅਲੱਗ ਇੱਕ ਐਟਮੋਸਫੇਅਰ ਹੀ ਟੋਟਲ ਅਲੱਗ ਹੈ ਉਹਦਾ। ਤੇ ਸੇਮ ਫਰਾਂਸ ਦਾ ਵੀ, ਤਿੰਨੋਂ ਇੱਕ ਦੂਸਰੇ ਤੋਂ ਡਿਫਰੈਂਟ ਨੇ ਬਿਲਕੁਲ। ਮੈਂ ਜੇ ਗੱਲ ਕਰਾਂ ਜਰਮਨੀ ਦੀ, ਜਰਮਨੀ ਮੈਨੂੰ ਸਭ ਤੋਂ ਜ਼ਿਆਦਾ ਬੈਟਰ ਕਿਉਂ ਲੱਗਿਆ, ਮੈਂ ਉਹਦਾ ਇੱਕ ਰੀਜ਼ਨ ਦੱਸਦਾ। ਕਿਉਂਕਿ ਆਪਾਂ ਜਿੱਥੇ ਹੁਣ ਮੋਹਾਲੀ 'ਚ ਰਹਿੰਦੇ ਹਾਂ ਹੈ ਨਾ, ਇਹ ਪੰਜਾਬ ਨਾਲੋਂ ਕਿਤੇ ਨਾ ਕਿਤੇ ਥੋੜਾ ਆਰਗੇਨਾਈਜ਼ਡ ਹੈ। ਪੂਰੇ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਆਰਗੇਨਾਈਜ਼ਡ ਹੈ, ਮਤਲਬ ਸਿਸਟਮ ਇੱਕ ਬਣਿਆ ਹੋਇਆ ਤੇ ਸਿਸਟਮੈਟਿਕ ਢੰਗ ਹੈ, ਤਾਂ ਸਾਨੂੰ ਇਹ ਮੋਹਾਲੀ ਸੋਹਣਾ ਲੱਗਦਾ ਹੈ। ਸੇਮ ਜਰਮਨੀ ਦੇ ਵਿੱਚ ਜਿੱਥੇ ਅਸੀਂ ਬਰਲਿਨ ਦੇ ਵਿੱਚ ਗਏ ਹਾਂ, ਉਹ ਬਰਲਿਨ ਇੰਨੀ ਕੁ ਵਧੀਆ ਕਨੈਕਟੀਵਿਟੀ ਦਾ ਸ਼ਹਿਰ ਹੈ। ਮਤਲਬ ਤੋਂ ਅਸੀਂ ਜਿਹੜੀਆਂ ਟ੍ਰੇਨਾਂ ਦੇਖੀਆਂ ਉੱਥੇ, ਅਸੀਂ ਤੁਹਾਨੂੰ ਵੀਡੀਓਜ਼ ਵਿੱਚ ਦਿਖਾਈਆਂ, ਟ੍ਰੈਮਸ ਦੇਖੀਆਂ, ਮਤਲਬ ਐਡੀ ਸੋਹਣੀ ਕਨੈਕਟੀਵਿਟੀ ਹੈ ਨਾ, ਤੁਸੀਂ ਕਦੇ ਗਵਾਚ ਨਹੀਂ ਸਕਦੇ ਉੱਥੇ ਔਰ ਨਾ ਹੀ ਤੁਸੀਂ ਲੇਟ ਹੋ ਸਕਦੇ ਹੋ। ਬਿਲਕੁਲ ਟਾਈਮ ਤੇ ਪਹੁੰਚੋਗੇ। এনवायरमेंट ਇੰਨਾ ਸੋਹਣਾ ਉੱਥੋਂ ਦਾ, ਨਾ ਗਰਮੀ ਤੇ ਨਾ ਠੰਡ। ਫਿਲਹਾਲ ਦੇ ਮੌਸਮ ਵਿੱਚ ਜੋ ਅਸੀਂ ਦੇਖਿਆ ਹੈ, ਆਉਣ ਵਾਲੇ ਸਮੇਂ 'ਚ ਉੱਧਰ ਠੰਡ ਵੀ ਪੈਂਦੀ ਹੈ, ਪੂਰੀ ਠੰਡ ਪੈਂਦੀ ਹੈ ਔਰ ਬਹੁਤ ਵਧੀਆ ਰਿਹਾ ਸਿਸਟਮ। ਔਰ ਸਾਨੂੰ ਉੱਥੋਂ ਦਾ ਜੋ ਲੋਕ ਸੀ ਉਹ ਵੀ ਵਧੀਆ ਲੱਗੇ। ਸਾਡੇ ਨਾਲ ਤਾਂ ਨਹੀਂ ਕੋਈ ਮਾੜਾ ਹੋਇਆ ਨਾ, ਵੀ ਕੋਈ ਰੂਡ ਨਹੀਂ ਬੋਲੇ। ਸੁਣਿਆ ਸੀ ਕਿ ਜਰਮਨੀ ਦੇ ਬੰਦੇ ਜ਼ਿਆਦਾ ਰੂਡ ਨੇ ਇੱਥੋਂ ਦੇ ਹਨਾ, ਜਰਮਨੀ ਦੇ ਮਤਲਬ ਇੱਕ ਦੋ ਥੋੜੇ ਜਿਹੇ ਲੱਗੇ, ਜਿਵੇਂ ਮਤਲਬ ਸਟੇਸ਼ਨ ਦੇ ਉੱਪਰ ਜਿਸ ਟਾਈਮ ਆਪਾਂ ਟਿਕਟ ਕੱਢਣੀ ਸੀ ਉੱਥੇ ਸਾਨੂੰ ਇੱਕ ਬੰਦਾ ਥੋੜਾ ਜਿਹਾ ਰੂਡ ਲੱਗਿਆ ਸੀ। ਬਾਕੀ ਸਾਰਾ ਕੁਝ ਓਕੇ ਹੈ, ਘੈਂਟ ਸੀ ਕੰਮ, ਕੋਈ ਐਸੀ ਪ੍ਰੋਬਲਮ ਨਹੀਂ ਸੀ। ਹੁਣ ਆਈਏ ਮੇਨ ਮੁੱਦੇ ਤੇ, ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦੇਣੀ ਹੈਗੀ ਆ। ਪਹਿਲੀ ਜਾਣਕਾਰੀ ਦੋਸਤੋ, ਆਪਾਂ ਕਿਸੇ ਵੀ ਸ਼ੈਂਗਨ ਕੰਟਰੀ ਦਾ ਜਦੋਂ ਵੀਜ਼ਾ ਅਪਲਾਈ ਕਰਨਾ ਹੈ, ਉਹ ਪਰਪਸ ਕੀ ਹੁੰਦਾ ਹੈ, ਆਪਾਂ ਨੂੰ ਉਹ ਦੇਖਣਾ ਚਾਹੀਦਾ ਵੀ ਆਪਾਂ ਕਿਉਂ ਚੱਲੇ ਆ। ਆਪਾਂ ਟੂਰਿਸਟ ਚੱਲੇ ਆ, ਆਪਾਂ ਸਟੂਡੈਂਟ ਬੇਸ ਤੇ ਚੱਲੇ ਆ, ਆਪਾਂ ਵਰਕ ਪਰਮਿਟ ਤੇ ਚੱਲੇ ਆ, ਆਪਾਂ ਕਈ ਵਾਰ ਸਿੱਧੇ PR ਹੋ ਕੇ ਚੱਲੇ ਆ ਹਨਾ। ਦੂਸਰੇ ਨੰਬਰ ਦੇ ਉੱਪਰ ਪਹਿਲਾਂ ਇਹ ਡਿਸਾਈਡ ਤੁਹਾਨੂੰ ਕਰਨਾ ਪਏਗਾ ਤੁਸੀਂ ਜਾਣਾ ਕਿਹੜੇ ਵੇ ਨਾਲ ਹੈ। ਠੀਕ ਹੈ, ਟੂਰਿਸਟ ਜਿਹੜਾ ਵੀਜ਼ਾ ਤੁਸੀਂ ਅਪਲਾਈ ਕਰਦੇ ਹੋ, ਸਭ ਤੋਂ ਪਹਿਲਾਂ ਤੁਹਾਨੂੰ ਇਹ ਚੈੱਕ ਕਰਨਾ ਚਾਹੀਦਾ ਹੈ ਵੀ ਕਿਹੜੀ ਕੰਟਰੀ ਦੇ ਵਿੱਚ, ਸ਼ੈਂਗਨ ਦੀ ਕਿਹੜੀ ਕੰਟਰੀ ਦੇ ਵਿੱਚ ਕਿਹੜਾ ਫੈਸਟੀਵਲ ਚੱਲ ਰਿਹਾ। ਜਿਵੇਂ ਮੰਨ ਲਓ ਅਸੀਂ ਫਰਾਂਸ ਦਾ ਅਪਲਾਈ ਕੀਤਾ ਸੀ, ਅਸੀਂ ਫਰਾਂਸ ਦਾ ਹੀ ਕਿਉਂ ਅਪਲਾਈ ਕੀਤਾ। ਪਹਿਲੀ ਗੱਲ ਤਾਂ ਅਸੀਂ ਪੈਰਿਸ ਦਾ ਉਹ ਟਾਵਰ ਦੇਖਣਾ ਚਾਹੁੰਦੇ ਸੀ, ਸਾਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਦੇਖਣ ਦਾ, ਉਹ ਅਸੀਂ ਦੇਖਿਆ ਆਈਫਲ ਟਾਵਰ। ਦੂਸਰੇ ਨੰਬਰ ਦੇ ਉੱਪਰ ਫਰਾਂਸ ਦੇ ਵਿੱਚ ਇੱਕ ਟੂਰਿਸਟ ਸੀਜ਼ਨ ਚੱਲ ਰਿਹਾ ਸੀ, ਮਤਲਬ ਗਰਮੀਆਂ ਸ਼ੁਰੂ ਹੋ ਚੁੱਕੀਆਂ ਸੀ। ਗਰਮੀਆਂ ਉੱਥੋਂ ਦੇ ਲੋਕਾਂ ਨੂੰ ਬਹੁਤ ਜ਼ਿਆਦੀਆਂ ਪਸੰਦ ਨੇ
ਕਿਉਂਕਿ ਦੂਰੋਂ ਦੂਰੋਂ ਲੋਕ ਆਉਂਦੇ ਨੇ, ਠੰਡੀਆਂ ਕੰਟਰੀਆਂ ਨੇ ਉਹ, ਫਿਰ ਗਰਮੀਆਂ ਦੇ ਵਿੱਚ ਉਹ ਹੌਲੀਡੇਜ਼ ਤੇ ਆਉਂਦੇ ਨੇ, ਆਪਣਾ ਇੰਜੋਏ ਕਰਦੇ ਨੇ। ਜਿਵੇਂ ਸਪੇਨ ਇੱਕ ਬਹੁਤ ਵੱਡੀ ਟੂਰਿਸਟ ਪਲੇਸ ਹੈ ਗਰਮੀਆਂ ਦੇ ਵਿੱਚ, ਕਿਉਂਕਿ ਉੱਥੋਂ ਦੀਆਂ ਬੀਚਾਂ ਨੇ ਜਿਹੜੀਆਂ ਬਹੁਤ ਵਧੀਆ ਨੇ ਸਪੇਨ ਦੀਆਂ, ਕਿਉਂਕਿ ਨਿੱਘਾ ਪਾਣੀ ਹੈ ਉੱਥੋਂ ਦਾ, ਨਾ ਠੰਡਾ ਬਹੁਤ ਜ਼ਿਆਦਾ ਉਹਨਾਂ ਬਹੁਤ ਜ਼ਿਆਦਾ ਗਰਮ ਹੈ, ਕਿ ਨੋਰਮਲ ਜਿਹਾ ਪਾਣੀ ਹੈ, ਉਹਦੇ 'ਚ ਇੰਜੋਏ ਕੀਤਾ ਜਾ ਸਕਦਾ। ਕਈ ਦੇਸ਼ਾਂ ਦੀਆਂ ਬੀਚਿਸ ਨੇ ਉਹ ਠੰਡੇ ਪਾਣੀ ਵਾਲੀਆਂ ਹੁੰਦੀਆਂ ਨੇ, ਠੀਕ ਹੈ। ਇਸ ਕਰਕੇ ਸਪੇਨ ਨੂੰ ਥੋੜਾ ਇਸ ਮਾਮਲੇ 'ਚ ਥੋੜੇ ਜ਼ਿਆਦਾ ਨੰਬਰ ਮਿਲ ਜਾਂਦੇ ਨੇ ਵੀ ਬੀਚਾਂ ਦੇ ਕਰਕੇ ਲੋਕ ਇੱਥੇ ਇੰਜੋਏ ਕਰਨ ਆਉਂਦੇ ਨੇ। ਇਹ ਸਾਨੂੰ ਉੱਥੋਂ ਦੇ ਲੋਕਾਂ ਨੇ ਦੱਸਿਆ, ਜਿਵੇਂ ਹਿੰਮਤ ਹੁਣਾਂ ਨੇ, ਭਾਜੀ ਹੁਣਾਂ ਨੇ, ਵਿੱਕੀ ਭਾਜੀ ਹੁਣਾਂ ਨੇ ਸਾਰੀਆਂ ਡਿਟੇਲਸ ਦਿੱਤੀਆਂ ਸਾਨੂੰ। ਨਾਲੇ ਜਿਹੜੇ ਗੋਰੇ ਲੋਕ ਨੇ ਇੰਜੋਏ ਤਾਂ ਕਰਨ ਆਉਂਦੇ ਹੀ ਆਉਂਦੇ ਨੇ, ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਜਿਵੇਂ ਉਹ ਉੱਥੇ ਠੰਡ ਪੈਂਦੀ, ਜਿਹੜੇ ਦੇਸ਼ਾਂ 'ਚ ਰਹਿੰਦੇ ਨੇ ਅੰਦਰਾਂ 'ਚ ਹੀ ਰਹਿੰਦੇ ਨੇ, ਉਹਨਾਂ ਨੂੰ ਨਾ ਮਤਲਬ ਗਰਮੀ ਮਤਲਬ ਕਹਿ ਲਓ ਕਿ ਜਿਵੇਂ ਵਿਟਾਮਿਨ ਡੀ ਅਸੀਂ ਬੋਲਦੇ ਨਾ ਕਿ ਸੂਰਜ ਤੋਂ ਲੈਣਾ ਚਾਹੀਦਾ, ਉਹ ਡਾਇਰੈਕਟ ਲੈਂਦੇ ਨੇ ਸੂਰਜ ਤੋਂ। ਇਸ ਕਰਕੇ ਉਹ ਸਪੇਨ 'ਚ ਸਪੈਸ਼ਲ ਆਉਂਦੇ ਨੇ ਸੂਰਜ ਗਰਮੀ ਲੈਣ ਵਾਸਤੇ ਆਪਣੀ ਬੋਡੀ, ਕਿਉਂਕਿ ਉਹਨਾਂ ਦੀ ਸਕਿਨ ਚਮੜੀ ਜਿਹੜੀ ਹੈ ਨਾ ਠੰਡ ਦੇ ਕਰਕੇ ਨਾ ਥੋੜੀ ਅਜੀਬ ਜੀ ਹੋ ਜਾਂਦੀ, ਇਸ ਕਰਕੇ ਉਹ ਧੁੱਪ ਲੈਣ ਵਾਸਤੇ ਜ਼ਰੂਰ ਇੱਥੇ ਆਉਂਦੇ ਨੇ ਸਪੇਨ ਦੇ ਵਿੱਚ। ਇਹ ਕਾਰਨ ਆ ਕਿ ਉੱਥੇ ਗੋਰੇ ਜਿਹੜੇ ਬੀਚਿਸ ਤੇ ਜ਼ਿਆਦਾ ਹੁੰਦੇ ਨੇ। ਬਿਲਕੁਲ। ਤੇ ਦੂਸਰੇ ਨੰਬਰ ਦੇ ਉੱਪਰ ਆਪਾਂ ਹੁਣ ਸ਼ੁਰੂ ਕਰੀਏ ਟੌਪਿਕਸ, ਹੈ ਨਾ, ਅਸੀਂ ਭਟਕ ਜਾਂਦੇ ਹਾਂ, ਭਟਕ ਜਾਂਦੇ ਇੱਧਰ ਉੱਧਰ ਗੱਲਾਂ ਚਲੇ ਜਾਂਦੇ। ਤੇ ਜਿਸ ਤੁਸੀਂ ਪਹਿਲਾਂ ਤਾਂ ਇਹ ਨੋਟ ਕਰੋ ਵੀ ਕਿਹੜੀ ਕੰਟਰੀ 'ਚ ਕਿਹੜਾ ਫੈਸਟੀਵਲ ਹੋ ਰਿਹਾ, ਉਹ ਚੈੱਕ ਕਰ ਲਓ। ਜਿੱਥੇ ਬਹੁਤ ਵੱਡਾ ਫੈਸਟੀਵਲ ਹੋਵੇ, ਜਿੱਥੇ ਮਤਲਬ ਦੁਨੀਆ ਦੂਰੋਂ ਦੂਰੋਂ ਦੇਖਣ ਆਉਂਦੀ ਹੈ, ਪਰ ਉਹ ਕੰਟਰੀ ਆਪਣੇ ਵੀਜ਼ੇ ਵਿੱਚ ਈਜ਼ ਕਰ ਦਿੰਦੀ ਹੈ, ਥੋੜੀ ਈਜ਼ੀ ਕਰ ਦਿੰਦੀ ਹੈ ਵੀਜ਼ਾ ਪ੍ਰੋਸੈਸਿੰਗ, ਮਤਲਬ ਤੁਹਾਡਾ ਝਟਪਟ ਕੁਇਕਲੀ ਆਉਣ ਲੱਗ ਜਾਂਦੇ ਨੇ। ਔਰ ਵੀਜ਼ਾ ਕਿਵੇਂ ਲਵਾਉਣਾ ਹੈ, ਕੀ ਡਾਕੂਮੈਂਟ ਚਾਹੀਦੇ ਨੇ, ਉਹ ਤਾਂ ਮੈਂ ਸਾਰਾ ਪਿਛਲੀ ਵੀਡੀਓ 'ਚ ਯੂਰਪ ਟ੍ਰਿਪ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਹੈ, ਤੁਸੀਂ ਉਹ ਦੇਖ ਲਿਓ ਸਾਰੀ, ਹੈ ਨਾ, ਬਿਲਕੁਲ ਜੈਨੂਇਨ ਜਾਣਕਾਰੀ ਦਿੱਤੀ ਹੋਈ ਹੈ। ਹੁਣ ਮੈਂ ਕਦੇ ਵੀ ਕਿਸੇ ਨੂੰ ਇਹ ਰਿਕਮੈਂਡ ਨਹੀਂ ਕਰਾਂਗਾ ਕਿ ਤੁਸੀਂ ਟੂਰਿਸਟ ਵੀਜ਼ੇ 'ਤੇ ਗਏ ਹੋ ਤੇ ਟੂਰਿਸਟ ਵੀਜ਼ੇ ਦੇ ਉੱਪਰ ਉੱਥੇ ਜਾ ਕੇ ਕੰਮ ਕਰੋ। ਕਦੇ ਵੀ ਨਹੀਂ ਤੁਹਾਨੂੰ ਟੂਰਿਸਟ ਵੀਜ਼ੇ ਦੇ ਉੱਪਰ ਕੰਮ ਕਰਨਾ ਚਾਹੀਦਾ, ਕਿਉਂਕਿ ਉਹ ਇੱਕ ਬਹੁਤ ਵੱਡਾ ਇਲੀਗਲ ਫੈਕਟਰ ਬਣ ਜਾਂਦਾ ਹੈ। ਔਰ ਤੁਸੀਂ ਫੜੇਗੇ, ਤੁਹਾਨੂੰ ਚੱਕ ਕੇ ਇੰਡੀਆ ਭੇਜ ਦੇਣਗੇ, ਡਿਪੋਰਟ ਕਰ ਦੇਣਗੇ, ਔਰ ਤੁਸੀਂ ਦੁਬਾਰਾ ਕਦੇ ਜਾ ਨਹੀਂ ਸਕੋਗੇ। ਬਹੁਤ ਵੱਡੀ ਮੋਹਰ, ਤੁਹਾਡਾ ਪਾਸਪੋਰਟ ਖਰਾਬ ਕਰ ਦੇਣਗੇ। ਪੂਰੇ ਯੂਰਪ ਦੇ ਵਿੱਚ, ਪੂਰੇ ਸ਼ੈਂਗਨ ਦੇ ਵਿੱਚ ਅੱਜ ਦੀ ਡੇਟ ਜਿਹੜੀ ਕੰਟਰੀ ਹੈਗੀ ਹੈ ਪੁਰਤਗਾਲ ਸਾਨੂੰ ਪਤਾ ਹੀ ਹੈ। ਪੁਰਤਗਾਲ ਪੇਪਰ ਬਣ ਜਾਂਦੇ ਨੇ ਤੁਹਾਡੇ ਵਰਕ ਪਰਮਿਟ ਦੇ। ਜੇ ਤੁਹਾਨੂੰ ਉੱਥੋਂ ਦੀ ਕੰਟਰੀ ਸੋਹਣੀ ਲੱਗਦੀ ਹੈ, ਮਤਲਬ ਸ਼ੈਂਗਨ ਤੁਹਾਨੂੰ ਵਧੀਆ ਲੱਗਦਾ ਹੈ ਘੁੰਮਣਾ, ਹੈ ਨਾ, ਤੁਸੀਂ ਪੁਰਤਗਾਲ ਜਾਓ, ਪੁਰਤਗਾਲ ਜਾ ਕੇ ਆਪਣੇ ਪੇਪਰ ਪਾ ਦਿਓ ਵੀ ਤੁਸੀਂ ਉੱਥੇ ਕੰਮ ਕਰਨਾ ਚਾਹੁੰਦੇ ਹੋ। ਉੱਥੇ ਵਰਕ ਪਰਮਿਟ ਦੇ ਤੁਹਾਡੇ ਪੇਪਰ ਪੈ ਜਾਂਦੇ ਨੇ, ਤੁਸੀਂ ਪੇਪਰ ਪਾਓ ਤੇ ਉੱਥੇ ਲੀਗਲੀ ਕੰਮ ਕਰੋ। ਉਹ ਟੂਰਿਸਟ ਵੀਜ਼ੇ ਦੇ ਉੱਪਰ ਤੁਸੀਂ ਜਾ ਕੇ ਆਪਣੇ ਪਾ ਸਕਦੇ ਹੋ ਪੇਪਰ। ਉੱਥੇ ਜਾ ਕੇ ਪੇਪਰ ਪਾਓ, ਉਸੇ ਕੰਟਰੀ 'ਚ ਰਹੋ, ਟੈਕਸ ਪੇ ਕਰਨਾ ਪਏਗਾ ਤੁਹਾਨੂੰ, ਹਰ ਮਹੀਨੇ ਟੈਕਸ ਪੇ ਕਰੋ, ਟੈਕਸ ਪੇ ਕਰਦੇ ਰਹੋ, ਸਾਲ ਬਾਅਦ ਤੁਹਾਨੂੰ ਕਾਰਡ ਮਿਲ ਜਾਣਾ, ਜਿਹੜਾ ਪੱਕੇ ਪੇਪਰ ਵਾਲਾ ਕਾਰਡ ਹੁੰਦਾ ਹੈ। ਫਿਰ ਤੁਸੀਂ ਇੰਡੀਆ ਵੀ ਆ ਜਾ ਸਕਦੇ ਹੋ ਆਰਾਮ ਦੇ ਨਾਲ। ਉਹ ਕਾਰਡ ਮਿਲੇਗਾ ਵੀ ਤੁਹਾਨੂੰ ਸਾਲ ਦਾ, ਉਸ ਤੋਂ ਬਾਅਦ 2 ਸਾਲ ਦਾ, ਫਿਰ 2 ਸਾਲ ਦਾ, ਐਵੇਂ ਕਰਦੇ ਕਰਦੇ 5 ਸਾਲ ਤੁਹਾਨੂੰ ਪੇਪਰਾਂ ਦੇ ਉੱਪਰ ਕੰਮ ਕਰਨਾ ਪਏਗਾ। 5 ਸਾਲਾਂ ਬਾਅਦ ਤੁਹਾਨੂੰ ਸਿੱਧੀ PR ਮਿਲ ਜੇਗੀ, ਤੇ PR ਮਿਲਦੇ ਹੀ ਤੁਸੀਂ, ਸਿਰਫ ਪੁਰਤਗਾਲ ਦੇ ਵਿੱਚ ਇਹ ਰੂਲ ਹੈ, PR ਮਿਲਦੇ ਹੀ ਤੁਸੀਂ ਆਪਣੀ ਨੈਸ਼ਨੈਲਿਟੀ ਵੀ ਪਾ ਸਕਦੇ ਹੋ, ਮਤਲਬ ਪਾਸਪੋਰਟ ਦੀ ਅਪਲਾਈ ਕਰ ਸਕਦੇ ਹੋ, ਤੁਹਾਨੂੰ ਪਾਸਪੋਰਟ ਵੀ ਮਿਲ ਜਾਏਗਾ। ਹੁਣ ਦੂਸਰੀ ਗੱਲ, ਪੁਰਤਗਾਲ ਦੇ ਵਿੱਚ ਕੰਮ ਘੱਟ ਹੈ। ਜਿਹੜੇ ਲੋਕ ਮੈਨੂੰ ਕਹਿੰਦੇ ਨੇ ਵੀ ਐਜ਼ ਆ ਕੰਮ ਘੱਟ ਮਿਲਦਾ ਪੁਰਤਗਾਲ ਦੇ ਵਿੱਚ, ਹੈ ਨਾ, ਇੰਨੀ ਕਮਾਈ ਨਹੀਂ ਹੁੰਦੀ। ਯੂਰਪ ਦੇ ਵਿੱਚ ਸਿਰਫ 2 ਮੇਜਰ ਕੰਟਰੀਆਂ ਨੇ ਜਿੱਥੇ ਪੈਸਾ ਜ਼ਿਆਦਾ ਬਣਦਾ ਹੈ। ਪੈਸਾ ਤਾਂ ਵੈਸੇ ਜਿੱਥੇ ਕੋਈ ਰਹਿ ਰਿਹਾ ਹੈ, ਜਿਨ੍ਹਾਂ ਦਾ ਪੁਰਾਣਾ ਕੰਮ ਸੈੱਟ ਹੈ, ਜਾਂ ਜਿਹੜੇ ਸੈੱਟ ਹੋਏ ਨੇ, ਸਪੇਨ ਦੇ ਵਿੱਚ ਵੀ ਵਾਧੂ ਬਣਦਾ ਹੈ, ਡੈਨਮਾਰਕ ਦੇ ਵਿੱਚ ਵਾਧੂ ਬਣ ਜਾਂਦਾ ਹੈ, ਗ੍ਰੀਸ ਵਿੱਚ ਵਾਧੂ, ਹਰੇਕ ਕੰਟਰੀ ਜਿੱਥੇ ਪੈਸਾ, ਜਿਹਨੂੰ ਢੰਗ ਆ ਗਿਆ ਉਹ ਤਾਂ ਬਣਾ ਦੂਗਾ ਪੈਸਾ। ਜਿਹਨੂੰ ਢੰਗ ਨਹੀਂ ਆਇਆ, ਸਟਾਰਟਿੰਗ ਫਰਾਂਸ ਤੇ ਜਰਮਨੀ ਨੂੰ ਮੰਨਿਆ ਗਿਆ ਪੈਸੇ ਵੱਲੋਂ ਇਹ ਅਮੀਰ ਕੰਟਰੀਆਂ ਨੇ, ਔਰ ਜਰਮਨੀ ਸਭ ਤੋਂ ਜ਼ਿਆਦਾ, ਜਰਮਨੀ ਨੂੰ ਤਾਂ ਮਾਂ ਕਿਹਾ ਜਾਂਦਾ ਯੂਰਪ ਦੀ, ਕਿਉਂਕਿ ਬਹੁਤ ਜ਼ਿਆਦਾ ਪੈਸਾ ਇੱਥੇ ਕਮਾਈ ਵਿੱਚ। ਸਟੂਡੈਂਟ ਦੀ ਗੱਲ ਕਰਾਂ ਤਾਂ ਸਟੂਡੈਂਟ ਵੀ 2200 ਯੂਰੋ ਕਮਾ ਲੈਂਦੇ ਨੇ ਜਰਮਨੀ ਦੇ ਵਿੱਚ। ਲੇਕਿਨ ਜੇ ਮੈਂ ਸਪੇਨ ਦੀ ਗੱਲ ਕਰਾਂ, ਸਪੇਨ ਦੇ ਵਿੱਚ ਇੱਕ ਲੇਬਰ ਕਲਾਸ, ਕਿਉਂਕਿ ਆਪਣੇ ਵਰਗੇ ਜ਼ਿਆਦਾ ਉੱਥੇ ਲੇਬਰ ਹੀ ਕਰਦੇ ਨੇ ਬੰਦੇ ਜਾ ਕੇ, ਜਿਵੇਂ ਕਿਸੇ ਸ਼ਾਪ ਤੇ ਕੰਮ ਕਰ ਲਿਆ, ਰੈਸਟੋਰੈਂਟ 'ਚ ਕੰਮ ਕਰ ਲਿਆ, ਪੰਪ ਤੇ ਕੰਮ ਕਰ ਲਿਆ, ਕੰਸਟਰਕਸ਼ਨ ਦਾ ਕੰਮ ਕਰ ਲਿਆ, ਤਾਂ ਉਹ ਸਪੇਨ ਦੇ ਵਿੱਚ ਉਹਨਾਂ ਨੂੰ ਮਿਲਦੀ ਹੈ 1200-1300 ਯੂਰੋ ਬਣਦੇ ਨੇ ਸਟਾਰਟਿੰਗ ਦੇ ਵਿੱਚ, ਤੇ ਖਰਚੇ ਵੀ ਉਨੇ ਕੁ ਹੋ ਜਾਂਦੇ ਨੇ। ਐਂਡ ਵਿੱਚ ਬਚਦਾ ਕੀ ਹੈ, ਉਹ 400-500 ਯੂਰੋ ਬਚਦਾ। ਤੇ ਸਪੇਨ ਨਵੇਂ ਬੰਦੇ ਵਾਸਤੇ ਥੋੜਾ ਟਫ ਹੈ, ਬਹੁਤ ਔਖਾ ਹੈ ਸਪੇਨ ਦੇ ਵਿੱਚ ਸੈਟਲ ਹੋਣਾ। ਸਪੇਨ ਦੇ ਵਿੱਚ ਕੋਈ ਨਾਮ ਕਹਿੰਦਾ ਸੀ ਪ੍ਰੋਦਨਾਮੈਂਟ, ਕੁਝ ਕਹਿੰਦੇ ਨੇ ਨਾ, ਪ੍ਰੋਦਨਾਮੈਂਟ ਕੁਝ ਐਵੇਂ ਦੇ ਵਰਡ ਹੁੰਦਾ, ਉਹ ਪਾਣੀ ਪੈਂਦੀ ਹੈ। ਸਪੇਨ ਦੇ ਵਿੱਚ ਵੀ ਤੁਸੀਂ ਪੇਪਰ ਪਾ ਸਕਦੇ ਹੋ। ਉਹ ਕਿੱਦਾਂ, ਤੁਸੀਂ ਟੂਰਿਸਟ ਵੀਜ਼ੇ ਤੇ ਗਏ ਹੋ, ਜੇ ਉੱਥੇ ਕੋਈ ਲੈਂਡ ਲੋਡ ਹੁੰਦਾ ਹੈ, ਮਤਲਬ ਜਿਨ੍ਹਾਂ ਦਾ ਆਪਣਾ ਘਰ ਹੈ, ਉਹਨਾਂ ਦੇ ਘਰ ਦੇ ਵਿੱਚ ਜੇ ਸਪੇਸ ਹੈਗੀ ਹੈ ਤੁਹਾਨੂੰ ਰੈਂਟ ਤੇ ਰੱਖਣ ਵਾਸਤੇ, ਉਹ ਤੁਹਾਡੀ ਪ੍ਰੋਦਨਾਮੈਂਟ ਕਰ ਦਿੰਦੇ ਨੇ ਵੀ ਤੁਸੀਂ ਉਹਨਾਂ ਦੇ ਘਰੇ ਰਹਿ ਰਹੇ ਹੋ ਐਜ਼ ਅ ਰੈਂਟ ਤੇ ਉਹ ਤੁਹਾਡੇ ਸਰਕਾਰ ਦੀ ਨਿਗਾਹ 'ਚ ਤੁਹਾਡੇ ਪੇਪਰ ਪੈ ਜਾਂਦੇ ਨੇ। ਉੱਥੇ ਰਹਿੰਦੇ ਤੁਹਾਨੂੰ ਪਹਿਲਾਂ
ਸਾਲ ਦੇ ਪੇਪਰ ਮਿਲਦੇ ਨੇ, ਫਿਰ ਹੁਣ ਮੇਰੇ ਖਿਆਲ 4 ਸਾਲ ਦੇ ਮਿਲਣ ਲੱਗ ਗਏ ਨੇ। ਤਾਂ 5 ਸਾਲ ਤੁਹਾਨੂੰ ਰਹਿਣਾ ਪਏਗਾ, 5 ਸਾਲ ਬਾਅਦ ਤੁਹਾਨੂੰ PR ਮਿਲ ਜੇਗੀ, ਲੇਕਿਨ ਨੈਸ਼ਨੈਲਿਟੀ ਇੱਥੇ ਤੁਹਾਨੂੰ ਸਿਰਫ 10 ਸਾਲ ਬਾਅਦ ਮਿਲੇਗੀ। ਉਹ ਵੀ 10 ਸਾਲ ਬਾਅਦ ਤੁਹਾਨੂੰ ਉੱਥੋਂ ਦਾ ਲੈਂਗੁਏਜ ਟੈਸਟ ਕਲੀਅਰ ਕਰਨਾ ਪਏਗਾ, ਫਿਰ ਜਾ ਕੇ ਤੁਹਾਨੂੰ ਨੈਸ਼ਨੈਲਿਟੀ ਮਿਲੇਗੀ ਸਪੇਨ ਦੀ। 10 11 ਸਾਲ 12 ਸਾਲ 13 ਸਾਲ ਵੀ ਲੱਗ ਜਾਂਦੇ ਨੇ। ਪੁਰਤਗਾਲ ਸਭ ਤੋਂ ਈਜ਼ੀ ਮਿਲ ਜਾਂਦੀ ਹੈ। ਹੁਣ ਕਈ ਲੋਕ ਕੀ ਕਰਦੇ ਨੇ, ਪੁਰਤਗਾਲ 'ਚ ਪੇਪਰ ਪਾ ਲੈਂਦੇ ਨੇ, ਜੋ ਮੈਂ ਉੱਥੇ ਸੁਣਿਆ। ਪੁਰਤਗਾਲ 'ਚ ਪੇਪਰ ਪਾ ਲੈਂਦੇ ਨੇ, ਟੈਕਸ ਤਾਰੀ ਜਾਂਦੇ ਨੇ ਪੁਰਤਗਾਲ ਦੇ ਵਿੱਚ, ਉੱਥੋਂ ਮੂਵ ਕਰ ਜਾਂਦੇ ਨੇ। ਕੋਈ ਚਲਾ ਜਾਂਦਾ ਫਰਾਂਸ, ਕੋਈ ਚਲਾ ਜਾਂਦਾ ਜਰਮਨ, ਕੋਈ ਚਲਾ ਜਾਂਦਾ ਡੈਨਮਾਰਕ, ਨੋਰਵੇ, ਸਪੇਨ, ਅਲੱਗ-ਅਲੱਗ ਥਾਵਾਂ 'ਤੇ ਚਲੇ ਜਾਂਦੇ ਨੇ। ਲੇਕਿਨ ਜੇ ਤੁਹਾਡੇ ਕੋਲ ਪੁਰਤਗਾਲ ਦੇ ਪੇਪਰ ਨੇ, ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਕੰਮ ਕਰ ਰਹੇ ਹੋ, ਉਹ ਇਲੀਗਲ ਹੋਏਗਾ। ਉਹ ਲੀਗਲ ਨਹੀਂ ਹੋਏਗਾ, ਉਹ ਇਲੀਗਲ ਹੋਏਗਾ। ਲੇਕਿਨ ਆਪਣੇ ਮੁੰਡੇ ਕਰੀ ਜਾਂਦੇ ਨੇ ਕੰਮ। ਮੈਂ ਬੜਿਆਂ ਨੂੰ ਮਿਲ ਕੇ ਆਇਆ, ਉੱਥੇ ਬੜੇ ਮੁੰਡੇ ਦੇਖੇ ਜਿਹੜੇ ਪੁਰਤਗਾਲ ਦੇ ਪੇਪਰ ਪਾਏ ਹੋਏ ਸੀ, ਕੰਮ ਇੱਧਰ ਕਰ ਰਹੇ ਸੀ। ਕਹਿੰਦੇ ਭਾਜੀ ਜੇ ਫੜੇਗੇ ਚੱਕ ਕੇ ਸਾਨੂੰ ਪੁਰਤਗਾਲ ਭੇਜ ਦੇਣਗੇ ਦੁਬਾਰਾ। ਇੰਡੀਆ ਨਹੀਂ ਵਾਪਸ ਭੇਜਣਗੇ, ਪੁਰਤਗਾਲ ਭੇਜ ਦਾਂਗੇ। ਲੇਕਿਨ ਕਈ ਕੇਸਿਸ ਵਿੱਚ ਚੱਕ ਕੇ ਇੰਡੀਆ ਵੀ ਭੇਜ ਸਕਦੇ ਹਾਂ। ਉਹ ਵੀ ਆਪਾਂ ਨੂੰ ਸ਼ੋਰ ਨਹੀਂਗਾ ਕਿ ਵਾਪਸ ਪੁਰਤਗਾਲ ਹੀ ਭੇਜਣਗੇ। 99% ਪੁਰਤਗਾਲ ਭੇਜਣਗੇ, ਬਾਕੀ 1% ਇੰਡੀਆ ਵੀ ਭੇਜ ਸਕਦੇ ਜੇ ਫੜੇਗੇ ਉੱਥੇ ਕੰਮ ਕਰਦੇ। ਪਰ ਮੁੰਡੇ ਆਪਣੇ ਕਰੀ ਜਾਂਦੇ ਨੇ, ਕੋਈ ਚੱਕਰ ਨਹੀਂ ਉਹਨਾਂ ਨੂੰ। ਕਿਸੇ ਕੋਲ ਇਟਲੀ ਦੇ ਪੇਪਰ ਹੋਣ, ਉਹ ਫਰਾਂਸ ਕੰਮ ਕਰੀ ਜਾ ਰਿਹਾ, ਕਿਸੇ ਕੋਲ ਪੁਰਤਗਾਲ ਦੇ ਪੇਪਰ ਨੇ, ਉਹ ਜਰਮਨ ਕੰਮ ਕਰੀ ਜਾ ਰਿਹਾ। ਉਹ ਮਤਲਬ ਕਰ ਲੈਂਦੇ ਨੇ ਇੱਧਰ ਉੱਧਰ ਜਾ ਜੂ ਕੇ। ਫਰਾਂਸ ਦੇ ਵਿੱਚ ਜਿਹੜੀ ਕਮਾਈ ਹੈ, ਜਿਹੜੇ ਤਾਂ ਇਲੀਗਲ ਨੇ, ਇਲੀਗਲ ਮਤਲਬ ਜਿਵੇਂ ਆਪਾਂ ਕਹਿ ਲਈਏ ਪੁਰਤਗਾਲ ਦੇ ਪੇਪਰ ਪਾਏ ਹੋਏ ਨੇ ਤੇ ਫਰਾਂਸ ਵਿੱਚ ਕੰਮ ਕਰ ਰਿਹਾ, ਉਹਨੂੰ 70-80 ਯੂਰੋ ਪਰ ਡੇ ਦਾ ਮਿਲਦੀ ਹੈ, ਦਿਹਾੜੀ ਮਿਲਦੀ ਹੈ। ਫਰਾਂਸ ਦੀ ਗੱਲ ਕਰਾਂ। ਔਰ ਜੇ ਤੁਹਾਡੇ ਕੋਲ ਫਰਾਂਸ ਦੇ ਪੇਪਰ ਨੇ, ਫਰਾਂਸ ਵਿੱਚ ਤੁਸੀਂ ਪੇਪਰ ਪਾਏ ਹੋਏ ਨੇ, ਤਾਂ ਤੁਹਾਨੂੰ 150 ਯੂਰੋ 200 ਯੂਰੋ ਤੱਕ ਵੀ ਸੈਲਰੀ ਮਿਲਦੀ ਹੈ ਪਰ ਡੇ ਦੀ। ਹੁਣ ਹਿਸਾਬ ਲਾ ਲਓ ਤੁਸੀਂ ਕਿੱਥੇ ਗੱਲ ਜਾਂਦੀ ਹੈ। ਫਰਾਂਸ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਹੈ, ਜਿਵੇਂ ਟੈਲਾਂ ਲਾਣੀਆਂ ਹੋ ਗਈਆਂ, ਪੇਂਟ ਦਾ ਕੰਮ ਹੋ ਗਿਆ, ਜਾਂ ਪਲਾਕੇ ਲਾਣੀ ਹੋ ਗਏ। ਪਲਾਕੇ ਜਿਹੜੇ ਲੱਕੜ ਦੇ ਉਹ ਲਾਉਂਦੇ ਆਪਾਂ, ਲੱਕੜ ਦੇ ਘਰ ਬਣਦੇ ਨੇ। ਬਹੁਤ ਜ਼ਿਆਦਾ ਕੰਮ ਹੈ ਉੱਥੇ। ਜੇ ਤੁਸੀਂ ਇੱਥੇ ਤੁਹਾਨੂੰ ਇਹ ਕੰਮ ਆਉਂਦਾ ਵਧੀਆ ਤਰੀਕੇ ਨਾਲ, ਤੁਸੀਂ ਉੱਥੇ ਬਹੁਤ ਵਧੀਆ ਕੰਮ ਕਰ ਸਕਦੇ ਹੋ। ਉੱਥੇ ਬਹੁਤ ਵਧੀਆ ਫਰਾਂਸ ਦੇ ਵਿੱਚ ਇਹ ਕੰਮ। ਫਰਾਂਸ ਦੇ ਵਿੱਚ ਗਵਰਨਮੈਂਟ ਤੁਹਾਨੂੰ ਪੈਨਸ਼ਨ ਵੀ ਦਿੰਦੀ ਹੈ। ਜੇ ਮੰਨ ਲਓ ਕਿਸੇ ਦੇ ਇੱਕ ਬੇਬੀ ਹੁੰਦਾ ਹੈ ਤਾਂ ਉਹਦੇ ਮੇਰੇ ਖਿਆਲ 200-250 ਯੂਰੋ ਦਿੰਦੇ ਨੇ ਨਾ, 200-250 ਯੂਰੋ ਦੇ ਕਰੀਬ ਮਿਲਦਾ ਹੈ। ਹੁਣ ਮੈਨੂੰ ਮਿਕਸ ਹੋ ਗਿਆ ਸਪੇਨ ਵਿੱਚ ਸਾਰਿਆਂ ਦਾ ਮਿਕਸ ਹੋ ਗਿਆ। ਮਤਲਬ 200 ਤੋਂ 300 ਮਿਲਦਾ ਮੇਰੇ ਖਿਆਲ 'ਚ। 300 ਮਿਲਦਾ ਸ਼ਾਇਦ, ਚਲੋ ਜਿੰਨਾ ਵੀ ਹੈ ਇੰਨਾ ਪਰ ਬੱਚੇ ਦੇ ਹਿਸਾਬ ਨਾਲ ਦਿੰਦੇ ਨੇ, ਜਦੋਂ ਤੱਕ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ। ਔਰ ਉੱਥੇ ਭਾਜੀ ਹੁਣਾਂ ਨੇ ਦੱਸਿਆ ਸੀ, ਜੇ ਕਿਸੇ ਦੇ 5 ਜਵਾਕ ਹੁੰਦੇ ਨੇ ਉੱਥੇ ਫਰਾਂਸ ਦੇ ਵਿੱਚ, ਤਾਂ ਤੁਹਾਨੂੰ 2000 ਯੂਰੋ ਤੱਕ ਵੀ ਦਿੰਦੇ ਨੇ। ਉਹ 2000 ਯੂਰੋ ਤੁਹਾਨੂੰ ਦੇਣਗੇ। ਔਰ ਮਦਰ ਨੂੰ ਅਲੱਗ ਤੋਂ ਪੈਸੇ ਦੇਣਗੇ, ਵੀ ਮਦਰ ਇੱਥੇ ਕੰਮ ਬੱਚਿਆਂ ਦੀ ਦੇਖਭਾਲ ਕਰਦੀ ਹੈ ਤੇ ਮਦਰ ਨੂੰ ਅਲੱਗ ਤੋਂ ਪੈਸੇ ਮਿਲਦੇ ਨੇ। ਇੱਕ ਜਿਹੜੀ ਉਹਨਾਂ ਦੀ ਖਾਸੀਅਤ ਇਹ ਹੈ ਫਰਾਂਸ ਵਿੱਚ, ਇਹ ਜਰਮਨ ਵਿੱਚ ਵੀ ਹੈ, ਸਪੇਨ ਵਿੱਚ ਵੀ ਹੈ, ਕਿ ਜੇ ਤੁਸੀਂ ਕੰਮ ਤੇ ਹੋ ਔਰ ਉਸ ਕੰਟਰੀ ਦੇ ਪੇਪਰ ਪਾਏ ਹੋਏ ਨੇ ਤੇ ਤੁਸੀਂ ਕੰਮ ਤੇ ਹੋ, ਕੰਮ ਤੇ ਜਾਂਦੇ ਤੁਹਾਨੂੰ ਸੱਟ ਵੱਜ ਗਈ ਜਾਂ ਤੁਹਾਡੀ ਤਬੀਅਤ ਖਰਾਬ ਹੋਊਗੀ ਜਾਂ ਕੋਈ ਵੀ ਤੁਸੀਂ ਬਿਮਾਰ ਹੋਗੇ, ਤਾਂ ਗਵਰਨਮੈਂਟ ਤੁਹਾਨੂੰ ਪੈਸੇ ਦੇਊਗੀ ਜਿੰਨਾ ਟਾਈਮ ਤੁਸੀਂ ਘਰੇ ਰੈਸਟ ਕਰੋਗੇ। ਸਪੋਜ਼ ਕਰ ਲਓ ਕੋਈ ਬੰਦਾ ਹੈ, ਉਹਦੀ ਬਾਂਹ ਟੁੱਟ ਗਈ ਕੰਮ ਦੇ ਉੱਪਰ, ਜਾਂ ਉਹਨੂੰ ਕੋਈ ਲੱਤ ਫ੍ਰੈਕਚਰ ਹੋ ਗਈ ਜਾਂ ਪੈਰ ਫ੍ਰੈਕਚਰ ਹੋ ਗਿਆ, ਕੁਝ ਵੀ ਮੋਚ ਮਾਚ ਆ ਗਈ ਹੈ ਨਾ, ਜਾਂ ਕੋਈ ਇਲਨੈਸ ਹੋ ਗਈ, ਬੁਖਾਰ ਚੜ ਗਿਆ ਲੰਬਾ, ਤਾਂ ਉਨੇ ਚਿਰ ਤੁਸੀਂ ਘਰੇ ਰਹੋਗੇ ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ। ਤੇ 19 ਤੁਹਾਨੂੰ ਤਨਖਾਹ ਹੈਗੀ ਜਿਹੜੀ 19 ਤੁਹਾਡੀ ਸਾਰੀ ਤਨਖਾਹ ਉਹ ਤੁਹਾਨੂੰ ਗਵਰਨਮੈਂਟ ਨੇ ਪੇ ਕਰਨੀ ਆ ਤੁਹਾਡੀ। ਮਤਲਬ ਜਿੰਨਾ ਚਿਰ ਤੁਹਾਨੂੰ ਡਾਕਟਰ ਰੈਸਟ ਕਰਨ ਵਾਸਤੇ ਕਹਿਣਗੇ ਤਾਂ ਫਿਰ ਉਹ ਡਾਕਟਰ ਲਿਖ ਕੇ ਦੇ ਦਿੰਦੇ ਨੇ, ਫਿਰ ਉਹ ਗਵਰਨਮੈਂਟ ਉਹਨਾਂ ਨੂੰ ਤਨਖਾਹ ਦਿੰਦੀ ਉਹ ਪੈਸਾ ਕੋਈ ਨਹੀਂ ਕੱਟਦੇ ਹੈਗੇ ਉਹਨਾਂ ਕੋਈ ਨਹੀਂ ਕੱਟਦੇ। ਔਰ ਦੂਸਰੇ ਨੰਬਰ ਤੇ ਫਰਾਂਸ ਵਿੱਚ ਜਿਹੜੇ ਹੈਂਡੀਕੈਪ ਪਰਸਨ ਨੇ ਉਹਨਾਂ ਦੀ ਪੈਨਸ਼ਨ ਲੱਗ ਜਾਂਦੀ ਹੈ 1000 ਯੂਰੋ ਤੱਕ। 1000 ਯੂਰੋ ਲੱਗਦੀ ਹੈ, 1000 ਯੂਰੋ ਉਹਨਾਂ ਦੀ ਪੈਨਸ਼ਨ ਹੈ। ਤੁਸੀਂ ਲਾ ਲਓ ਹਿਸਾਬ ਕਿੱਥੇ ਜਾਂਦੀ ਹੈ। ਤੇ ਜਿਹੜਾ ਤੁਸੀਂ ਘਰ ਲੈਂਦੇ ਹੋ, ਤੁਹਾਨੂੰ ਵੀ ਘਰ ਵੀ ਵਧੀਆ ਥਾਂ ਤੇ ਤੁਹਾਨੂੰ ਅੱਛੀ ਠੀਕ ਰੈਂਟ ਤੇ ਮਿਲ ਜਾਂਦਾ ਹੈ। ਔਰ ਫਰਾਂਸ ਦੇ ਵਿੱਚ ਪੈਰਿਸ ਦੀ ਗੱਲ ਕਰਾਂ ਤਾਂ ਮੇਨ ਸਿਟੀ ਜਿਹੜੀ ਪੈਰਿਸ ਹੈ ਉਹਦੇ ਵਿੱਚ ਤਾਂ ਕਾਫੀ ਮਹਿੰਗੇ ਨੇ ਘਰ, 1500 2000 ਯੂਰੋ ਤੱਕ ਹੈਗੇ। ਜਿਵੇਂ ਥੋੜਾ ਬਾਹਰ ਪੈਰਿਸ ਤੋਂ ਮਤਲਬ 20-25-30 ਕਿਲੋਮੀਟਰ 20-25 ਮਿੰਟ ਦਾ ਰਸਤਾ, ਜਿੱਥੇ ਆਪਾਂ ਵਿਲਰਸ ਦਾ ਬੈਲ ਰਹਿੰਦੇ ਸੀ, ਉੱਥੇ 800-700-800 ਯੂਰੋ ਤੱਕ ਦੇ ਘਰ ਮਿਲ ਜਾਂਦੇ ਨੇ। ਵਧੀਆ ਖੁੱਲਾ ਜਿਹਾ ਘਰ ਹੁੰਦਾ, ਮਤਲਬ ਖੁੱਲੇ ਤਾਂ ਕੀ ਕਹਿ ਲਓ, ਵਿਚਾਰੇ ਠੀਕ ਹੁੰਦੇ ਨੇ, ਮਤਲਬ ਇੱਕ 1 BHK ਟਾਈਪ ਮਿਲ ਜਾਂਦਾ ਹੈ। ਪੈਰਿਸ ਮਹਿੰਗਾ ਥੋੜਾ ਜਿਹਾ ਘਰ ਦੇ ਮਾਮਲਿਆਂ 'ਚ। ਔਰ ਕਈ ਜਣੇ ਇੱਕ ਰੂਮ ਲੈ ਕੇ ਵੀ ਸਰਵਾਈਵ ਕਰਦੇ ਨੇ, ਹਨਾ, ਉਹਨਾਂ ਦਾ ਅਲੱਗ ਹੁੰਦਾ ਕਿਉਂਕਿ ਪੈਸੇ ਜੋੜਨੇ ਹੁੰਦੇ ਨੇ। ਇਹ ਸਿਸਟਮ ਹੈ। ਪੁਰਤਗਾਲ ਦਾ ਇੱਕ ਹੋਰ ਹਿਸਾਬ ਮੈਂ ਤੁਹਾਨੂੰ ਦੱਸਦਾ, ਜਿਵੇਂ ਫਰਾਂਸ ਦੇ ਵਿੱਚ ਬੇਬੀ ਪੈਦਾ ਹੁੰਦਾ ਹੈ ਤਾਂ ਮੇਰੇ ਖਿਆਲ 'ਚ ਉਹਨੂੰ ਨੈਸ਼ਨੈਲਿਟੀ ਨਹੀਂ ਮਿਲਦੀ, ਉਹਨੂੰ ਜੋ ਮਾਤਾ ਪਿਤਾ ਦਾ ਸਟੇਟਸ ਹੁੰਦਾ ਹੈ ਉਹੀ ਉਹਦੇ ਨਾਲ ਦੇ ਡਾਕੂਮੈਂਟ ਉਸ ਬੱਚੇ ਨੂੰ ਮਿਲਦੇ ਨੇ।
ਪਰ ਜੇ ਪੁਰਤਗਾਲ ਦੇ ਵਿੱਚ ਤੁਹਾਡਾ ਬੇਬੀ ਹੁੰਦਾ ਤਾਂ ਬੱਚੇ ਨੂੰ ਜੰਮਦੇ ਨੂੰ ਹੀ ਨੈਸ਼ਨੈਲਿਟੀ ਮਿਲ ਜਾਏਗੀ ਪੁਰਤਗਾਲ ਦੀ, ਪਾਸਪੋਰਟ ਮਿਲਦਾ, ਸਿੱਧਾ ਪਾਸਪੋਰਟ ਮਿਲ ਜਾਏਗਾ, ਬੱਚਾ ਪਹਿਲੇ ਦਿਨ ਤੋਂ ਹੀ ਸਿਟੀਜ਼ਨ ਉੱਥੋਂ ਦਾ, ਤੇ ਤੁਹਾਨੂੰ ਉਹਦੇ ਬੱਚੇ ਦੇ ਬੇਸਿਸ ਤੇ ਬਹੁਤ ਜਲਦੀ ਨੈਸ਼ਨੈਲਿਟੀ ਮਿਲ ਸਕਦੀ ਹੈ। ਇਹ ਸੀ ਜੀ ਫਰਾਂਸ ਦਾ ਕੰਮਕਾਜ ਤੁਹਾਨੂੰ ਦੱਸਿਆ। ਫਰਾਂਸ ਦੇ ਵਿੱਚ ਚੈਕਿੰਗ ਬਹੁਤ ਹੁੰਦੀ ਹੈ, ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੇ ਘੁੰਮਦੇ ਹੁੰਦੇ ਨੇ, ਮੰਨ ਲਓ ਸਿਵਲ ਵਰਦੀ 'ਚ ਘੁੰਮ ਰਹੇ ਨੇ, ਤੁਸੀਂ ਉਹਨਾਂ ਨੇ ਦੇਖਿਆ ਵੀ ਤੁਸੀਂ ਕੰਸਟਰਕਸ਼ਨ ਦੇ ਕੰਮ ਤੋਂ ਆ ਰਹੇ ਹੋ, ਮਤਲਬ ਕੱਪੜਿਆਂ ਤੋਂ ਜੱਜ ਕਰ ਲੈਂਦੇ ਨੇ ਵੀ ਇਹ ਥੋੜੇ ਇੰਡੀਅਨ ਲੱਗ ਰਹੇ ਨੇ ਜਾਂ ਪਾਕਿਸਤਾਨੀ ਲੱਗ ਰਹੇ ਨੇ ਜਾਂ ਬੰਗਲਾਦੇਸ਼ੀ, ਆਪਣੇ ਇੱਧਰਲੇ ਇੱਕੋ ਜਿਹੇ ਲੱਗਦੇ ਨੇ ਨਾ, ਤਾਂ ਕੱਪੜੇ ਕਈ ਵਾਰ ਕੰਮ ਤੋਂ ਆ ਰਹੇ ਆ ਹੈ ਨਾ, ਤੇ ਉਹ ਕੱਪੜੇ ਥੋੜੇ ਉਦਾਂ ਦੇ ਪਾਏ ਹੁੰਦੇ ਨੇ, ਮੈਲੇ ਹੋਏ ਹੁੰਦੇ ਨੇ, ਤਾਂ ਉਹ ਪਕੜ ਲੈਂਦੇ ਨੇ, ਪਕੜ ਕੇ ਪੁੱਛਦੇ ਨੇ ਵੀ ਪਾਸਪੋਰਟ ਦਿਖਾਓ, ਜਿਹਨਾਂ ਕੋਲ ਪਾਸਪੋਰਟ ਹੁੰਦਾ ਠੀਕ ਹੈ, ਨਹੀਂ ਤਾਂ ਕਾਰਡ ਮੰਗਣਗੇ, ਜਿਹੜਾ ਕਾਰਡ ਹੁੰਦਾ ਕਾਰਡ ਦਿਖਾਓ, ਪਕੜ ਲੈਂਦੇ ਨੇ ਕਈ ਵਾਰ। ਥੋੜਾ ਜਿਹਾ ਮਤਲਬ ਡਰ ਕੇ ਰਹਿਣਾ ਪੈਂਦਾ ਫਰਾਂਸ ਦਾ, ਥੋੜਾ ਟੈਨਸ਼ਨ ਤਾਂ ਹੁੰਦੀ ਹੈ। ਔਰ ਜੇ ਤੁਹਾਡੇ ਕੋਲ ਪੇਪਰ ਨੇ ਮੰਨ ਲਓ ਪੁਰਤਗਾਲ ਦੇ, ਔਰ ਤੁਹਾਨੂੰ ਟ੍ਰੇਨ 'ਚ ਰਸਤੇ 'ਚ ਜਾਂਦੇ ਨੂੰ ਕਿਸੇ ਨੇ ਫੜ ਲਿਆ, ਤੁਸੀਂ ਕੁਝ ਨਹੀਂ, ਸਿੱਧਾ ਪੁਰਤਗਾਲ ਦਾ ਪੇਪਰ ਦਿਖਾਣਾ, ਦੇਖੋ ਕਾਰਡ ਹੈ ਸਾਡੇ ਕੋਲ ਪੁਰਤਗਾਲ ਦਾ, ਅਸੀਂ ਤਾਂ ਘੁੰਮਣ ਆਏ ਹੋਏ ਹਾਂ, ਕੋਈ ਕੁਝ ਨਹੀਂ ਕਹਿੰਦਾ ਤੁਹਾਨੂੰ, ਰਸਤੇ 'ਚ ਕੋਈ ਕੁਝ ਨਹੀਂ ਕਹਿ ਸਕਦਾ, ਹਾਂ ਕੰਮ ਤੇ ਕਰਦੇ ਫੜੇ ਗਏ ਤਾਂ ਉਹ ਜੋ ਵੀ ਉਹਨਾਂ ਦੀ ਫਾਰਮੈਲਿਟੀਆਂ ਹੁੰਦੀਆਂ ਉਹ ਕਰਦੇ ਨੇ। ਮੂਵ ਕਰਦੇ ਆ ਸਪੇਨ ਵੱਲ। ਸਪੇਨ ਵਿੱਚ ਤੁਹਾਨੂੰ ਦੱਸਿਆ ਸੀ ਤੁਸੀਂ ਟੂਰਨਾਮੈਂਟ ਵਗੈਰਾ ਪਾ ਕੇ ਪੱਕੇ ਹੋ ਸਕਦੇ ਹੋ, 10 11 12 ਸਾਲ ਲੱਗ ਜਾਂਦੇ ਨੇ, 13 ਸਾਲ ਵੀ ਲੱਗ ਜਾਂਦੇ ਨੇ, ਹੈ ਨਾ। ਉੱਥੇ ਜਿਹੜੀ ਸਭ ਤੋਂ ਵੱਡੀ ਦਿੱਕਤ ਜਿਹੜੀ ਸਾਨੂੰ ਲੱਗੀ ਕਿ ਉੱਥੇ ਲੈਂਗੁਏਜ ਪ੍ਰੋਬਲਮ ਬਹੁਤ ਜ਼ਿਆਦਾ ਹੈ। ਸਪੈਨਿਸ਼ ਲੋਕ ਨੇ ਜਿਹੜੇ ਉਹ ਇੰਗਲਿਸ਼ ਤਾਂ ਬੋਲਦੇ ਹੀ ਨਹੀਂ, ਮੈਂ ਕਿਹਾ ਜਮਾ ਹੀ ਨਹੀਂ ਬੋਲਦੇ, ਅਸਾਂ ਜਿੰਨਾ ਕੁ ਨਾ ਸਾਡਾ ਵਾਹ ਪਿਆ, ਮਤਲਬ ਸਹੀ ਗੱਲ ਹੈ। ਇਹ ਕਿਸੇ ਬੰਦੇ ਨੇ ਕਮੈਂਟ ਵੀ ਕੀਤਾ ਸੀ ਕਿ ਉਹ ਆਪਣੀ ਮਾਂ ਬੋਲੀ ਨਹੀਂ ਛੱਡਦੇ ਹੈਗੇ, ਇਸ ਕਰਕੇ ਨਹੀਂ। ਠੀਕ ਆ, ਆਪਾਂ ਵੀ ਆਪਣੀ ਪੰਜਾਬੀ ਮਾਂ ਬੋਲੀ ਨਹੀਂ ਛੱਡਦੇ, ਪਹਿਲਾ ਨੰਬਰ ਅਸੀਂ ਆਪਣੀ ਮਾਂ ਬੋਲੀ ਨੂੰ ਹੀ ਦੇਵਾਂਗੇ, ਪਰ ਜਦੋਂ ਅਸੀਂ ਬਾਹਰ ਕਿਤੇ ਘੁੰਮਣ ਜਾਂਦੇ ਇੰਟਰਨੈਸ਼ਨਲ ਲੈਵਲ ਤੇ ਤਾਂ ਆਪਾਂ ਨੂੰ ਥੋੜੀ ਬਹੁਤੀ ਤਾਂ ਇੰਗਲਿਸ਼ ਆਉਣੀ ਚਾਹੀਦੀ ਹੈ ਨਾ, ਕਿ ਬੰਦਾ ਕਿਵੇਂ ਇੱਕ ਦੂਜੇ ਨਾਲ ਕੋਆਰਡੀਨੇਟ ਕਰੂਗਾ। ਤੇ ਇਸ ਕਰਕੇ ਫਿਰ ਉੱਥੋਂ ਦੇ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਇੰਗਲਿਸ਼ ਜਮਾ ਨਹੀਂ ਆਉਂਦੀ। ਜੇ ਕਿਸੇ ਇੱਕ ਅੱਧੇ ਬੰਦੇ ਨੂੰ ਮੰਨ ਲਓ ਕਿਤੇ ਆਂਦੀ ਵੀ ਆ ਨਾ, ਤੇ ਉਹ ਸਾਨੂੰ ਮਤਲਬ ਉਹਨਾਂ ਨੇ ਦੱਸਿਆ, ਸਾਡੇ ਰਿਲੇਟਿਵਸ ਨੇ, ਵੀ ਇਹ ਜਾਣ ਕੇ ਨਹੀਂ ਬੋਲਦੇ, ਇਹ ਜਾਣ ਕੇ ਤੁਹਾਨੂੰ ਮਤਲਬ ਗਾਈਡ ਨਹੀਂ ਕਰਦੇ, ਹਾਂ ਗਾਈਡ ਨਹੀਂ ਕਰਦੇ, ਇਗਨੋਰ ਕਰਦੇ ਨੇ। ਔਰ ਇਹ ਸਾਡੇ ਨਾਲ ਸੌਰੀ ਇਹ ਵਾਲਾ ਚਾਂਸ ਸਾਡੇ ਨਾਲ ਸਪੇਨ 'ਚ ਨਹੀਂ ਹੋਇਆ, ਫਰਾਂਸ ਵਿੱਚ ਹੋਇਆ ਵੀ ਸਾਨੂੰ ਟਿਕਟ ਲੈਂਦੇ ਉਹਨੂੰ ਆਂਦੀ ਸੀ ਇੰਗਲਿਸ਼ ਚੰਗੀ ਭਲੀ, ਉਹ ਬੋਲ ਨਹੀਂ ਰਹੀ ਸੀ, ਹਨਾ। ਤੇ ਚਲੋ ਐਨੀਵੇਜ਼ ਰੇਸਿਜ਼ਮ ਹੈਗਾ, ਰੇਸਿਸਟ ਨੇ ਥੋੜੇ ਜਿਹੇ ਉੱਥੋਂ ਦੇ ਕੁਝ ਕੁ ਲੋਕ, ਹਨਾ, ਸਾਰੇ ਨਹੀਂ। ਸਪੇਨ ਦੇ ਉਹ ਬਾਈ ਨੇ ਜਿਹਨੇ ਕਮੈਂਟ ਕੀਤਾ ਸੀ ਵੀ ਮਾਂ ਬੋਲੀ ਨਹੀਂ ਛੱਡਦੇ ਏਦਾਂ ਹੁੰਦਾ, ਬਾਈ ਜੀ ਗੱਲ ਏਦਾਂ ਮਾਂ ਬੋਲੀ ਦੀ ਨਹੀਂ ਹੁੰਦੀ। ਹੁਣ ਆਪਾਂ ਪੰਜਾਬੀ ਬੋਲ ਰਹੇ ਹਾਂ, ਹੁਣ ਆਪਾਂ ਕਿਹੜਾ ਕੋਈ ਹੋਰ ਲੈਂਗੁਏਜ ਬੋਲ ਰਹੇ ਹਾਂ, ਹਨਾ। ਗੱਲ ਹੁੰਦੀ ਹੈ ਇੱਕ ਇੰਟਰਨੈਸ਼ਨਲ ਲੈਂਗੁਏਜ ਹੁੰਦੀ ਹੈ ਜਿਹਦੇ ਨਾਲ ਤੁਸੀਂ ਪੂਰੇ ਵਰਲਡ ਨਾਲ ਕਮਿਊਨੀਕੇਟ ਕਰਨਾ ਹੁੰਦਾ, ਉਹ ਬੰਦੇ ਨੂੰ ਆਉਣੀ ਚਾਹੀਦੀ ਹੈ। ਹੁਣ ਮੰਨ ਲਓ ਤੁਸੀਂ ਚਲੇ ਜਾਓ ਕਿਸੇ ਐਸੀ ਕੰਟਰੀ ਦੇ ਵਿੱਚ, ਤੁਸੀਂ ਯੂਰਪ ਚਲੇ ਜਾਓ, ਹਨਾ, ਯੂਰਪ ਲਈ ਤੁਹਾਨੂੰ ਇੰਗਲਿਸ਼ ਵੀ ਨਹੀਂ ਆਉਂਦੀ, ਚਲੋ ਫਿਰ ਕਿਵੇਂ ਕਰੋਗੇ? ਹੁਣ ਆਪਾਂ ਨੂੰ ਸਕੂਲਾਂ ਦੇ ਵਿੱਚ ਇਕੱਲੀ ਜਾਂਦੇ ਫਿਰ ਸਾਰੇ ਪੰਜਾਬੀ ਪੜਾਉਣ, ਇੰਗਲਿਸ਼ ਸਬਜੈਕਟ ਕਿਉਂ ਹੁੰਦਾ? ਇੰਗਲਿਸ਼ ਸਬਜੈਕਟ ਹੀ ਤਾਂ ਲਾਇਆ ਹੁੰਦਾ ਵੀ ਤੁਸੀਂ ਤੋਂ ਆ ਸਕੇ, ਮਾੜੀ ਮੋਟੀ ਤੁਹਾਨੂੰ ਗੁਜ਼ਾਰੇ ਜੋਗੀ ਆ ਸਕੇ। ਮੈਂ ਨਹੀਂ ਕਹਿੰਦਾ ਵੀ ਪੂਰੀ ਫਰਾਟੇ ਦਾ ਆਣੀ ਚਾਹੀਦੀ ਹੈ, ਗੁਜ਼ਾਰੇ ਜੋਗੀ ਹੈ। ਹੁਣ ਗੱਲ ਤਾਂ ਕਰਨ ਕੁਝ ਤਾਂ ਸਮਝ ਲੱਗੇ ਸਾਨੂੰ। ਸੋ ਇਸ ਕਰਕੇ ਜਿਹੜੇ ਸਪੇਨ ਦੇ ਲੋਕ ਨੇ ਨਾ, ਉਹ ਮਤਲਬ ਨਹੀਂ ਸਿੱਖਦੇ ਇੰਗਲਿਸ਼, ਕੋਰੇ ਨੇ ਜਮਾਈ। ਔਰ ਸਪੇਨ ਦੀ ਇੱਕ ਜਿਹੜੀ ਮੈਂ ਸਭ ਤੋਂ ਵੱਡਾ ਡਰਾਬੈਕ, ਸਭ ਤੋਂ ਮਾੜੀ ਗੱਲ ਦੱਸਦਾ ਸਪੇਨ ਦੀ, ਕਿ ਉੱਥੋਂ ਦਾ ਜਿਹੜਾ ਇੱਕ ਮੈਡੀਕਲ ਸਿਸਟਮ ਹੈ ਨਾ, ਹੈਲਥ ਸਿਸਟਮ ਬਹੁਤ ਜ਼ਿਆਦਾ ਪੂਅਰ ਹੈ ਸਪੇਨ ਦਾ। ਤੇ ਮਤਲਬ ਕਿਰਨ ਦੇ ਭੂਆ ਜੀ ਵੀ ਸ਼ਿਕਾਰ ਹੋਏ ਨੇ ਉਹਨਾਂ ਦੇ ਹੈਲਥ ਸਿਸਟਮ ਕਰਕੇ, ਤੇ ਬਹੁਤ ਮਾੜਾ ਉੱਥੋਂ ਦਾ। ਸਾਡੀ ਹਿੰਮਤ ਹੈਗੀ ਹੈ, ਹਿੰਮਤ ਵੀ ਚੈੱਕ ਕਰਾਉਣ ਗਈ ਸੀ, ਉਹਨਾਂ ਨੇ ਕਿਹਾ ਡਾਕਟਰ ਨੂੰ ਵੀ ਮੇਰਾ ਟੈਸਟ ਲਿਖੋ, ਕਹਿੰਦਾ ਨਾ ਠੀਕ ਹੈ ਤੂੰ ਠੀਕ ਹੈ, ਪੈਰਾਸੀਟਾਮੋਲ ਜੀ ਆ ਖਾਈ ਚੱਲੋ। ਮਤਲਬ ਪ੍ਰਾਈਵੇਟ ਡਾਕਟਰ ਤੁਹਾਨੂੰ ਹਾਇਰ ਕਰਨਾ ਪੈਂਦਾ, ਸਪੈਸ਼ਲ ਅਪਾਇੰਟਮੈਂਟ ਲੈਣੀ ਪੈਂਦੀ ਹੈ ਪ੍ਰਾਈਵੇਟ ਡਾਕਟਰ ਦੀ, ਉਹ ਤੁਹਾਨੂੰ ਠੀਕ ਦੇਖ ਸਕਦੇ ਨੇ। ਲਈ ਗਵਰਨਮੈਂਟ ਵੱਲੋਂ ਉੱਥੋਂ ਦਾ ਨਹੀਂ, ਮੈਨੂੰ ਨਹੀਂ ਵਧੀਆ ਲੱਗਦਾ ਜਿਸ ਹਿਸਾਬ ਨਾਲ ਸਾਨੂੰ ਸਾਡੇ ਰਿਲੇਟਿਵਸ ਨੇ ਦੱਸਿਆ। ਬਾਕੀ ਹੋ ਸਕਦਾ ਬਾਕੀਆਂ ਦਾ ਐਕਸਪੀਰੀਅੰਸ ਵਧੀਆ ਵੀ ਹੋਵੇ, ਇਸ ਚੀਜ਼ ਨੂੰ ਤੁਸੀਂ ਇਦਾਂ ਨਾ ਜੱਜ ਕਰਿਓ। ਮਤਲਬ ਤੁਸੀਂ ਹੁਣ ਮੇਰੇ ਰਿਲੇਟਿਵਸ 'ਚ ਦੇਖੇ ਸੀ, ਫੁੱਫੜ ਜੀ ਨੂੰ ਵੇਖਿਆ, ਉਹਨਾਂ ਦੀ ਫੈਮਿਲੀ, ਬੱਚੀ, ਹਨਾ, ਹਿੰਮਤ ਆ, ਅੰਮ੍ਰਿਤ ਉਹਦੀ ਸਿਸਟਰ ਆ ਜਿਹੜੀ ਜਰਮਨ 'ਚ ਰਹਿੰਦੀ, ਲੇਕਿਨ ਮੇਰੇ ਭੂਆ ਜੀ ਉੱਥੇ ਐਕਸਪਾਇਰ ਹੋਏ ਸੀ ਸਪੇਨ ਦੇ ਵਿੱਚ, ਜਿਹੜੀ ਉਹਨਾਂ ਨੂੰ ਪ੍ਰੋਬਲਮ ਸੀ ਕਿ ਐਕਚੁਅਲੀ ਡਾਕਟਰਾਂ ਨੇ ਸਹੀ ਟ੍ਰੀਟ ਨਹੀਂ ਕੀਤਾ। ਉਹ ਪੜ ਕੇ ਇਲਾਜ ਐਕਸਪੈਰੀਮੈਂਟ ਕਰਦੇ ਨੇ, ਪੜ ਕੇ ਇਲਾਜ ਕਰਦੇ ਨੇ, ਉਦਾਂ ਨਹੀਂ। ਇੰਨੇ ਪੜ੍ਹੇ ਲਿਖੇ ਡਾਕਟਰ ਨਹੀਂ ਉੱਥੋਂ ਦੇ, ਜਿਹੜੇ ਪੜ ਕੇ ਫਿਰ ਇਲਾਜ ਕਰਦੇ ਨੇ। ਆਪਣੇ ਤਾਂ ਪ੍ਰੈਕਟੀਕਲ ਜ਼ਿਆਦਾ ਕੀਤਾ ਹੁੰਦਾ, ਉਹ ਥਿਊਰੀਆਂ ਦੇਖ ਕੇ ਬੁੱਕ ਵਿੱਚ ਆ ਲਿਖਿਆ ਤਾਂ ਆਹੀ ਟੀਕਾ ਲਾਣਾ। ਉਹ ਇਸ ਕਰਕੇ ਮੈਨੂੰ ਸਪੇਨ ਵਧੀਆ ਨਹੀਂ ਲੱਗਿਆ ਇਸ ਮਾਮਲੇ ਦੇ ਵਿੱਚ, ਡਾਕਟਰੀ ਦੇ ਮਾਮਲੇ 'ਚ। ਹੁਣ ਸਪੇਨ ਦੇ ਵਿੱਚ ਜਿਸ ਬੰਦੇ ਨੇ ਤਾਂ ਜਾ ਕੇ, ਨਵਾਂ ਬੰਦਾ ਚੱਲਿਆ, ਉਹਨੇ ਸੈਟਲ ਹੋਣਾ, ਉਹਨੂੰ ਮੈਂ ਨਾ ਕਰਾਂਗਾ ਵੀਰੇ ਸਪੇਨ ਸੈਟਲ ਨਾ ਹੋਇਓ ਜਾ ਕੇ, ਬਹੁਤ ਔਖੇ ਹੋਵੋਗੇ, ਬਹੁਤ ਔਖਾ ਹੈ ਸਪੇਨ ਦੇ ਵਿੱਚ ਸੈਟਲ ਹੋਣਾ। ਜੇ ਤਾਂ ਤੁਹਾਡੇ ਉੱਥੇ ਆਪਣੇ ਕੋਈ ਰਿਲੇਟਿਵ ਹੈਗੇ ਨੇ, ਪੱਕੇ ਰਿਲੇਟਿਵ, ਇਹ ਨਹੀਂ ਵੀ ਚਾਚੇ ਮਾਮੇ ਭੂਆ ਮਾਸੀ ਐ ਦੂਰ ਦੇ ਕਰਕੇ ਸਾਂਭ ਲੈਣਗੇ। ਯਾਰ ਮੈਂ ਉੱਥੇ ਜਾ ਕੇ ਦੇਖਿਆ, ਉਹ ਵੀ ਵਿਚਾਰੇ ਸਾਰੇ ਬਿਜ਼ੀ ਹੁੰਦੇ ਨੇ, ਉੱਥੋਂ ਦੀ ਲਾਈਫ ਵਾਕਈ ਬਿਜ਼ੀ ਹੈ।
ਮਤਲਬ ਅਸੀਂ ਬੜੀ ਜਲਦੀ ਕਿਸੇ ਆਪਣੇ ਰਿਲੇਟਿਵ ਨੂੰ ਜੱਜ ਕਰਦੇ ਯਾਰ ਇਹ ਤਾਂ ਮਤਲਬ ਫੋਨ ਨਹੀਂ ਕਰਦਾ, ਪਰ ਆਪਾਂ ਜਦੋਂ ਉੱਥੇ ਜਾ ਕੇ ਵੇਖਦੇ ਆ ਨਾ ਸੱਚੀ ਬਹੁਤ ਬਿਜ਼ੀ ਹੁੰਦੇ ਨੇ। ਉਹ ਬਿਜ਼ੀ ਬੰਦੇ ਹੁੰਦੇ ਨੇ। ਜੇ ਮੰਨ ਲਓ ਹੁਣ ਉਹਨਾਂ ਨੇ ਇੱਕ ਘਰ ਲਿੱਤਾ ਹੋਇਆ ਕਿਰਾਏ ਦੇ ਉੱਪਰ 1 BHK 2 BHK ਘਰ ਹੁੰਦੇ ਨੇ ਤੇ ਉਹਨਾਂ ਨੇ ਆਪ ਵੀ ਰਹਿਣਾ ਹੁੰਦਾ, ਔਰ ਜੇ ਆਪਣੇ ਵਰਗੇ ਇੱਥੋਂ ਆਪਾਂ ਚਲੇ ਜਾਈਏ ਸਾਨੂੰ ਵੀ ਰੱਖਣ, ਹਾਂ 2-4 ਦਿਨ, ਹਫਤਾ, 10 ਦਿਨ, 20 ਦਿਨ, ਮਹੀਨਾ ਵੀ ਰੱਖ ਲੈਣਗੇ, ਇਸ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਬਾਈ। ਤੁਹਾਨੂੰ ਆਪਣਾ ਆਪ ਹੀ ਕਰਨਾ ਪਏਗਾ ਹਨਾ। ਇਹ ਠੀਕ ਹੈ, ਨਾਲ ਆਪਣੀ ਪ੍ਰਾਈਵੇਸੀ ਹੁੰਦੀ ਹੈ ਯਾਰ, ਕਿਉਂ ਕਿਸੇ ਦੇ ਉੱਪਰ ਬਰਡਨ ਬਣਨਾ ਹੈ ਨਾ। ਜਿੰਨੀ ਕਿ ਤੁਹਾਡੀ ਹੈਲਪ ਹੋ ਜੇ ਮੇਰੇ ਹਿਸਾਬ ਨਾਲ ਉਨੀ ਬਹੁਤ ਵਧੀਆ ਹੁੰਦੀ ਹੈ। ਫਿਰ ਆਪਣਾ ਆਪ ਰਹੋ, ਚਾਹੇ ਤੁਸੀਂ ਇਹ ਗੱਲ ਕਹਾਂ ਭਾਵੇਂ ਤੁਸੀਂ ਬਹੁਤ ਜ਼ਿਆਦਾ ਗੂੜੇ ਰਿਸ਼ਤੇਦਾਰ ਵੀ ਹੋ ਨਾ ਤਾਂ ਵੀ ਅਲੱਗ-ਅਲੱਗ ਹੀ ਸੋਹਣੇ ਲੱਗੋਗੇ, ਕਿਉਂਕਿ ਪਿਆਰ ਬਣਿਆ ਰਹਿੰਦਾ। ਇਸ ਕਰਕੇ ਸਪੇਨ ਦੇ ਵਿੱਚ ਮੈਂ ਮਨਾ ਕਰਾਂਗਾ, ਕਿਉਂਕਿ ਉੱਥੇ 500-600 ਯੂਰੋ ਤਾਂ ਰੈਂਟ ਹੀ ਹੋ ਜਾਂਦਾ ਤੁਹਾਡਾ, 500-600 ਯੂਰੋ ਤਾਂ ਰੈਂਟ ਜਾਂਦਾ ਹੈ, ਠੀਕ ਹੈ। ਔਰ ਦੂਸਰੇ ਨੰਬਰ ਦੇ ਉੱਪਰ ਤੁਹਾਡਾ ਹਿਸਾਬ ਲਗਾ ਲਓ ਘਰ ਜਿਹੜਾ ਲੈਣਾ ਉਹ 1.5-2 ਲੱਖ ਯੂਰੋ ਤੋਂ ਸਟਾਰਟ ਹੁੰਦੇ ਨੇ, ਠੀਕ ਹੈ। ਬਾਕੀ ਸਪੇਨ ਦੇ ਵਿੱਚ ਉਹ ਬੰਦਾ ਕਾਮਯਾਬ ਹੈਗਾ ਵਾ ਜਿਹਨੂੰ ਟਾਈਲਾਂ ਦਾ ਕੰਮ ਆਉਂਦਾ, ਕੰਸਟਰਕਸ਼ਨ ਦਾ ਕੰਮ ਆਉਂਦਾ ਵਾ ਨਾ, ਇਹ ਕੰਮ ਤੋਂ ਨਹੀਂ ਮਾਰ ਖਾਂਦਾ ਬੰਦਾ। ਕੰਸਟਰਕਸ਼ਨ ਵਾਲੇ ਨਹੀਂ, ਪਰ ਇੱਕ ਗੱਲ ਹੋਰ ਵੀ ਹੈ ਨਾ, ਕੰਸਟਰਕਸ਼ਨ ਦੇ ਕੰਮ ਦੇ ਵਿੱਚ ਵੀ ਉਤੇ ਸਟਾਰਟਿੰਗ ਦੇ ਵਿੱਚ ਪੇ ਬਹੁਤ ਘੱਟ ਮਿਲਦੀ ਹੈ। ਸਟਾਰਟਿੰਗ ਤੁਹਾਨੂੰ 2-4 ਸਾਲ ਤਾਂ ਬਹੁਤ ਔਖਾ ਹੋਣਾ ਪਏਗਾ। ਹਾਂ ਇਹ ਗੱਲ ਸਹੀ ਹੈ, ਬਹੁਤ ਔਖਾ ਹੋਣਾ। ਉਸ ਤੋਂ ਬਾਅਦ ਜਾ ਕੇ ਤੁਹਾਨੂੰ ਹਿਸਾਬ ਪਊਗਾ, ਫਿਰ ਜਾ ਕੇ ਤੁਸੀਂ ਵਧੀਆ ਕਰ ਸਕਦੇ ਹੋ। ਜਿਹੜੇ ਸਪੇਨ ਦੇ ਵਿੱਚ ਬਿਜ਼ਨਸ ਕਰਦੇ ਨੇ ਨਾ ਆਪ ਦਾ, ਜਿਵੇਂ ਹੁਣ ਫਿਰ ਮੈਂ ਐਗਜ਼ਾਮਪਲ ਦਵਾਂਗਾ ਫੁੱਫੜ ਜੀ ਦੀ, ਵਿੱਕੀ ਭਾਜੀ ਹੁਣੇ ਨੇ ਆਪਣਾ ਕੰਮ ਹੈ, ਉਹਦੇ 'ਚ ਤੁਹਾਨੂੰ ਬਰਕਤ ਹੈਗੀ ਹੈ, ਉਹਦੇ 'ਚ ਤੁਹਾਡੇ 2 ਵਧੀਆ ਪੈਸੇ ਬਚ ਜਾਂਦੇ ਨੇ, ਕਿਉਂਕਿ ਆਪਣਾ ਕੰਮ ਹੁੰਦਾ, ਤੁਹਾਨੂੰ ਪਤਾ ਵੀ ਤੁਸੀਂ ਕਿੰਨੇ ਕਮਾਣੇ ਨੇ, ਕਿੰਨੇ ਕਰਨੇ ਨੇ, ਤੁਸੀਂ ਘੁੰਮਣ ਵੀ ਜਾ ਸਕਦੇ ਹੋ, ਕੋਈ ਬਰਡਨ ਨਹੀਂ ਹੁੰਦਾ ਹੈ ਨਾ। ਹੁਣ ਹਿੰਮਤ ਨੇ ਆਪਣਾ ਪਰਮਾਤਮਾ ਦੀ ਮਿਹਰ ਨਾਲ ਆਪਣਾ ਘਰ ਲਿੱਤਾ ਹੈ ਸਪੇਨ ਦੇ ਵਿੱਚ, ਇਹ ਬਹੁਤ ਵੱਡੀ ਗੱਲ ਹੈ। ਪਰ ਭਾਜੀ ਬਹੁਤ ਟਾਈਮ ਦੇ ਉਹਨਾਂ ਨੇ +2 ਤੋਂ ਬਾਅਦ ਚਲੇ ਗਏ ਸੀ ਭਾਜੀ, ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਜਿਹਦੇ ਕਰਕੇ ਉਹਨਾਂ ਨੂੰ ਅੱਜ ਮਿਹਨਤ ਦਾ ਫਲ ਮਿਲਿਆ। 10-12 ਸਾਲ ਹੋ ਗਏ, 12-13 ਸਾਲ ਹੋ ਗਏ। ਮਤਲਬ ਇਹ ਹੈ ਕਿ ਸਪੇਨ ਦੇ ਵਿੱਚ ਜਿਹੜਾ ਕੋਈ ਪੁਰਾਣਾ ਬੰਦਾ ਗਿਆ ਹੋਇਆ ਨਾ ਉਹ ਕਾਮਯਾਬ ਆ, ਉਹਨੂੰ ਤਾਂ ਉਹਦੇ ਲਈ ਉਹ ਕੰਟਰੀ ਬਹੁਤ ਵਧੀਆ, ਕਿਉਂਕਿ ਲੈਂਗੁਏਜ ਵੀ ਆਉਂਦੀ, ਉਹਨੂੰ ਭਾਸ਼ਾ ਵੀ ਆ ਗਈ ਉੱਥੋਂ ਦੀ। ਪਰ ਅੱਜ ਦੇ ਸਮੇਂ 'ਚ ਜੇ ਕੋਈ ਨੌਜਵਾਨ ਮੁੰਡੇ ਜਾਂ ਕੋਈ ਵੀ ਜਾਂਦਾ ਵਾ ਨਾ ਉਹਦੇ ਲਈ ਥੋੜਾ ਔਖਾ ਵਾ ਸਪੇਨ ਦੇ ਵਿੱਚ। ਹਾਂ ਤੇ ਹੁਣ ਮੂਵ ਕਰਦੇ ਜੇ ਜਰਮਨੀ ਵੱਲ, ਜਿਹੜਾ ਕਿ ਸਾਡਾ ਦੋਨਾਂ ਦਾ ਫੇਵਰੇਟ ਰਿਹਾ। ਫੇਵਰੇਟ ਤੁਹਾਡਾ ਸਪੇਨ ਵੀ ਆ, ਮਾੜਾ ਨਹੀਂ ਹੈ। ਵੈਲੈਂਸੀਆ ਮਤਲਬ ਜਿਹੜਾ ਘੁੰਮਿਆ ਜਾਂ ਜਿਹੜਾ ਅਲਬਾਸੀਤੇ ਜਿੱਥੇ ਅਸੀਂ ਮੋਤੋਨਾ ਕੋਲ ਗਏ ਆ, ਉਹ ਛੋਟਾ ਜਿਹਾ ਸ਼ਹਿਰ ਆ, ਬਹੁਤ ਸ਼ਾਂਤੀ ਹੈ ਉਸ ਸ਼ਹਿਰ ਦੇ ਵਿੱਚ ਨਾ, ਬਹੁਤ ਸੋਹਣਾ ਉਹ ਵੀ ਵਧੀਆ। ਪਰ ਨਹੀਂ ਇੱਕ ਫੇਵਰੇਟ ਚੀਜ਼ ਤਾਂ ਹੁੰਦੀ ਹੈ ਨਾ ਸਾਨੂੰ ਤਿੰਨਾਂ ਦੇ ਵਿੱਚੋਂ, ਫਰਾਂਸ, ਸਪੇਨ ਤੇ ਜਰਮਨੀ ਦੇ ਵਿੱਚੋਂ ਇੱਕ ਸਿਟੀ ਹੀ ਗਏ ਆ ਆਪਾਂ। ਉਧਰ ਪੈਰਿਸ ਗਏ ਆ, ਇਧਰ ਵੈਲੈਂਸੀਆ ਤੇ ਅਲਬਾਸੀਤੇ, ਉਧਰ ਬਰਲਿਨ ਗਏ ਆ। ਕੰਪੈਰੀਜ਼ਨ ਜੇ ਅਸੀਂ ਆਪਣੇ ਪਰਸਨਲ ਚੁਆਇਸ ਤੇ, ਇੱਥੇ ਕਿਸੇ ਨੇ ਅਫੈਂਡ ਨਹੀਂ ਹੋਣਾ, ਮੈਂ ਤੁਹਾਨੂੰ ਦੱਸਿਆ ਸੀ ਹਰੇਕ ਦੀ ਆਪਣੀ ਪਰਸਨਲ ਚੁਆਇਸ ਹੁੰਦੀ ਹੈ ਇੱਥੇ, ਕਿਸੇ ਨੂੰ ਕੀ ਪਸੰਦ ਹੈ, ਕਿਸੇ ਨੂੰ ਕੀ। ਸਾਨੂੰ ਬਰਲਿਨ ਪਸੰਦ ਬਹੁਤ ਜ਼ਿਆਦਾ ਆ, ਸਾਰਿਆਂ ਤੋਂ ਜ਼ਿਆਦਾ, ਕਿਉਂਕਿ ਸਭ ਤੋਂ ਵੱਡੀ ਗੱਲ ਉੱਥੇ ਲੋਕਾਂ ਨੂੰ ਇੰਗਲਿਸ਼ ਆਉਂਦੀ ਹੈ। ਉੱਥੇ ਕਹਿ ਸਕਦੇ 70% ਲੋਕ ਇੰਗਲਿਸ਼ ਬੋਲ ਲੈਂਦੇ ਨੇ ਈਜ਼ੀਲੀ। ਤੁਸੀਂ ਉੱਥੇ ਗੱਲ ਕਰ ਸਕਦੇ ਹੋ, ਕਿਸੇ ਨੂੰ ਕੁਝ ਪੁੱਛਣਾ ਹੋਵੇ ਉਹ ਭਾਵੇਂ ਥੋੜੀ ਬਹੁਤੀ ਬੋਲਣ, ਪਰ ਬੋਲ ਕੇ ਤੁਹਾਨੂੰ ਸਮਝਾ ਦੇਣਗੇ, ਤੁਹਾਨੂੰ ਉਹਨਾਂ ਦੀ ਸਮਝ ਲੱਗ ਜਾਏਗੀ, ਰਾਹ ਪੈ ਜਾਓਗੇ ਤੁਸੀਂ। ਦੂਸਰੇ ਨੰਬਰ ਦੇ ਉੱਥੋਂ ਦਾ ਐਟਮੋਸਫੇਅਰ, ਐਨਵਾਇਰਨਮੈਂਟ ਸਿਰਾ ਹੈ ਨਾ। ਔਰ ਉੱਥੋਂ ਜਿਹੜਾ ਕਿ ਸਟੈਂਡਰਡ ਆਫ ਲਿਵਿੰਗ, ਮੈਂ ਸਟੈਂਡਰਡ ਤੇ ਕਿਸੇ, ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਵੀ ਇੱਥੋਂ ਦਾ ਸਟੈਂਡਰਡ ਬੜਾ ਹੈ। ਕਿਸੇ ਨੇ ਵਿੱਚ ਮੈਸੇਜ ਕੀਤਾ ਸੀ ਮੈਨੂੰ, ਕਮੈਂਟ ਕੀਤਾ ਸੀ ਵੀ ਸਟੈਂਡਰਡ ਸਟੂਡੈਂਟ ਤੁਹਾਡਾ ਸਾਰਾ ਨਿਕਲ ਜਾਂਦਾ, ਜਦੋਂ ਤੁਸੀਂ ਸਵੇਰੇ ਕੰਮ ਤੇ ਜਾਂਦੇ ਹੋ ਤਾਂ ਸ਼ਾਮ ਨੂੰ ਤੁਸੀਂ ਰੋਂਦੇ ਹੋਏ ਘਰ ਆਓਗੇ ਵਾਪਸ, ਹੈ ਨਾ, ਰੋ ਕੇ ਘਰ ਆਉਣਾ ਪਏਗਾ ਤੁਹਾਨੂੰ, ਸਟੈਂਡਰਡ ਸਟੂਡੈਂਟ ਨਹੀਂ ਦਿਖਣਾ ਤੁਹਾਨੂੰ, ਕੁਝ ਨਹੀਂ ਇਦਾਂ ਹੁੰਦਾ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕੋਈ ਕੰਮ ਕਰਦੇ ਹੋ ਕਿਸੇ ਵੀ ਕੰਟਰੀ ਵਿੱਚ, ਜੇ ਤੁਸੀਂ ਰੋ ਕੇ ਕੰਮ ਕਰ ਰਹੇ ਹੋ, ਫਿਰ ਤੁਸੀਂ ਕੰਮ ਗਲਤ ਚੂਜ਼ ਕੀਤਾ ਹੋਇਆ। ਤੁਸੀਂ ਕੰਮ ਐਸਾ ਚੂਜ਼ ਕਰੋ ਜਿੱਥੇ ਤੁਸੀਂ ਖੁਸ਼ ਹੋ ਕੇ ਕੰਮ ਕਰੋ। ਨਾਲੇ ਤੁਸੀਂ ਬਾਹਰ ਗਏ ਕਿਉਂ, ਫਿਰ ਬਾਹਰ ਕਿਉਂ ਕਮਾਉਣ ਗਏ ਹੋ ਨਾ, ਬਾਹਰ ਜੇ ਤੁਸੀਂ ਗਏ ਹੋ ਪੈਸਾ ਕਮਾਉਣ ਗਏ ਹੋ, ਫਿਰ ਰੋਣਾ ਕਿਉਂ ਤੇ ਹੱਸਣਾ ਕਿਉਂ। ਸਟੈਂਡਰਡ ਕਦੇ ਵੀ ਕੱਪੜਿਆਂ ਨਾਲ ਨਹੀਂ ਜੱਜ ਕੀਤਾ ਜਾਂਦਾ। ਸਟੈਂਡਰਡ ਪਹਿਲੀ ਗੱਲ ਜੱਜ ਕੀਤਾ ਜਾਂਦਾ ਉੱਥੋਂ ਦੇ ਐਨਵਾਇਰਨਮੈਂਟ ਦੇ ਨਾਲ, ਉੱਥੋਂ ਦੀ ਕੰਟਰੀ ਦਾ ਸਟੈਂਡਰਡ ਦੇਖਿਆ ਜਾਂਦਾ ਹੈ, ਉੱਥੋਂ ਦਾ ਕਲਚਰ ਦੇਖਿਆ ਜਾਂਦਾ ਹੈ, ਉੱਥੋਂ ਦੀ ਇੱਕ ਪੂਰੀ ਐਂਬੀਐਂਸ ਦੇਖੀ ਜਾਂਦੀ ਹੈ ਵੀ ਇਹ ਇੱਥੇ ਸੜਕਾਂ ਕਿੱਦਾਂ, ਟਰਾਂਸਪੋਰਟ ਕਿੱਦਾਂ, ਇਹ ਸਾਰਾ ਮਿਲਾ ਕੇ ਇੱਕ ਸਟੈਂਡਰਡ, ਅਸੀਂ ਜੋ ਸ਼ਬਦ ਯੂਜ਼ ਕੀਤਾ ਸੀ ਉਸ ਚੀਜ਼ ਲਈ ਸ਼ਬਦ ਹਨਾ, ਸਟੈਂਡਰਡ ਦੀ ਕਿ ਜਾਂ ਬੈਠੇ ਆ ਪਰਨਾ ਬਣ ਕੇ, ਇੱਕ ਨੋਰਮਲ ਬੈਠੇ ਆ ਅਸੀਂ। ਕਦੇ ਸਟੈਂਡਰਡ ਇਸ ਚੀਜ਼ ਨੂੰ ਨਹੀਂ ਮੰਨਦੇ। ਓਵਰਆਲ ਇੱਕ ਆਊਟਲੁੱਕ ਹੁੰਦੀ ਹੈ ਜਿਹੜੀ ਕੰਟਰੀ ਦੀ, ਉਸ ਚੀਜ਼ ਨੂੰ ਸਟੈਂਡਰਡ ਮੰਨਿਆ ਜਾਂਦਾ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਮੋਹਾਲੀ ਇੱਕ ਸਟੈਂਡਰਡ ਦੀ ਕੰਟਰੀ, ਚੰਡੀਗੜ੍ਹ ਇੱਕ ਸਟੈਂਡਰਡ ਦਾ ਸ਼ਹਿਰ ਹੈ, ਮੋਹਾਲੀ ਵੀ ਓਬਵੀਅਸਲੀ ਮੋਹਾਲੀ ਵੀ ਇੱਕ ਸਟੈਂਡਰਡ ਦਾ ਸ਼ਹਿਰ ਹੈ, ਕਿਉਂਕਿ ਇੱਥੇ ਵਧੀਆ ਸਾਰਾ ਕੁਝ ਹੈ, ਆਰਗੇਨਾਈਜ਼ਡ, ਹਰ ਇੱਕ ਚੀਜ਼ ਆਰਗੇਨਾਈਜ਼ਡ ਹੈ ਨਾ। ਔਰ ਜਰਮਨੀ ਨੂੰ ਸਟੈਂਡਰਡ ਮੈਂ ਇਸੇ ਕਰਕੇ ਦਿੱਤਾ ਗਿਆ ਸੀ, ਉੱਥੇ ਸਾਰਾ ਕੁਝ ਘੈਂਟ ਹੈ, ਗ੍ਰੀਨਰੀ ਬਹੁਤ ਜ਼ਿਆਦਾ ਹੈ ਉੱਥੇ ਆਪਣੀ ਬਰਲਿਨ ਦੇ ਜਰਮਨੀ ਦੇ ਵਿੱਚ। ਟਰਾਂਸਪੋਰਟੇਸ਼ਨ ਇੰਨੀ ਕਿ ਜ਼ਿਆਦਾ ਜ਼ਬਰਦਸਤ ਆ ਨਾ,
ਥੱਲੇ ਧਰਤੀ ਦੇ ਟ੍ਰੇਨਾਂ ਚੱਲ ਰਹੀਆਂ, ਧਰਤੀ ਦੇ ਉੱਪਰ ਚੱਲ ਰਹੀਆਂ ਨੇ, ਟ੍ਰੈਮਸ ਚੱਲ ਰਹੀਆਂ ਨੇ, ਬੱਸਾਂ ਚੱਲ ਰਹੀਆਂ ਨੇ। ਤੁਹਾਡੇ ਹਰੇਕ ਘਰ ਦੇ ਨਾ 50 ਤੋਂ 100 ਮੀਟਰ ਦੇ ਏਰੀਆ ਵਿੱਚ, ਵੱਧ ਤੋਂ ਵੱਧ 150 ਮੀਟਰ ਦੇ ਏਰੀਆ ਵਿੱਚ ਟ੍ਰੈਮ, ਬੱਸ, ਟ੍ਰੇਨ ਕੁਛ ਨਾ ਕੁਛ ਤੁਹਾਨੂੰ ਮਿਲ ਜੂਗਾ, ਤੁਹਾਨੂੰ ਤੁਰਨਾ ਨਹੀਂ ਬਾਹਲਾ ਪਏਗਾ। ਕੋਈ ਉੱਥੇ ਰਸ਼ ਨਹੀਂ ਹੈ, ਟ੍ਰੈਫਿਕ ਨਹੀਂ ਆ। ਬਿਲਕੁਲ। ਜਰਮਨੀ, ਜਿੱਥੇ ਬਰਲਿਨ ਮੇਨ ਸ਼ਹਿਰ ਹੈ, ਜਿੱਥੇ ਭਾਜੀ ਹੁਣੇ ਰਹਿੰਦੇ ਸੀ, ਉੱਥੇ ਜਿਹੜਾ ਕਿਰਾਇਆ ਹੈਗਾ